जो तस्वीरां दिखाईਆਂ गईਆਂ, एक तस्वीर सुखबीर बादल की दिखाई किस ने, मुख्यमंत्री भगवंत मान ने। दूसरी तस्वीर फौरी तौर पर उसके जवाब के जोड़ा सुखबीर बादल वालों दी गई है कि किस कदर जोड़ा मुख्यमंत्री भगवंत मान जो खाना खा रहा है, किस तरह की स्थिति है। असी तस्वीरों की गल ज़ाहरा तौर पर जरूर करते हैं, पर ये पिछे एक बहुत बड़ा पंजाब का दर्द है चीज़, इस करके भी शायद जो दुनिया भर च बैठे पंजाबी देख रहे सुन रहे हैं, वो टस्क होएगी कि की साडी लीडरशिप ये उही है जिहड़ी रंगला पंजाब जां पंजाब नूं संकट चों कढण दी गल करदी है। देखो बंदे की जाती जिंदगी, बंदा किवें खाना खाता है, किवें बच्चों नाल रहिंदा है, होली खेडदा है, नहीं खेडदा जां होर है, वो बंदे का एक जाती वो है। तो मैं पर गल जिहड़ी तुसीं जिੱਥੋਂ शुरू की है कहना कि मुद्दों की सियासत खत्म होने कारण आम लोगों विच भी ये लगता है। इसकी शुरुआत साडे कैप्टन अमरिंदर सिंह जी मानयोग जो अजकल बीजेपी दे विच ने, ते पहलां वो कांग्रेस दे जिहड़े सी 2 बार मुख्यमंत्री रहे ने। जदों वो नवां अकाली दल छड्ड के आए, अपना जिहड़ा उन्होंने अकाली दल बनाया सी ते कांग्रेस दे विच उन्हां नूं जगह मिली, वर्त मिलिया, प्रधान बनाया, तो उस तो बाद ਜਿਹੜਾ ਉਹਨਾਂ ਨੇ ਬਾਦਲ ਸਾਹਿਬ ਦੇ ਖਿਲਾਫ ਜਾਂ ਅਕਾਲੀ ਆਗੂਆਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ, ਮੇਰਾ ਖਿਆਲ ਹੈ ਉਸ ਤੋਂ ਪਹਿਲਾਂ ਇਦਾਂ ਦੀ ਜਿਹੜੀ ਹੈ ਜ਼ਾਤੀ ਤੌਰ ਤੇ ਕੋਈ ਕਿਸੇ ਤੇ ਕਮੈਂਟ ਨਹੀਂ ਸੀ ਕਰਦਾ। ਮੁੱਦਿਆਂ ਦੀ ਸਿਆਸਤ ਹੁੰਦੀ ਸੀ, ਐਡੇ ਮੋਰਚੇ ਲੱਗੇ ਆ ਸਾਡੇ ਇਸ ਸਰਜ਼ਮੀਨ ਤੇ। ਅੱਜ ਜੋ ਚੱਲ ਰਿਹਾ ਸਿਆਸਤ ਚੱਲ ਰਹੀ ਹੈ, ਜਿਹੜੀ ਭਗਵੰਤ ਮਾਨ ਸਿਆਸਤ ਕਹਿੰਦੇ, ਇਹ ਇੱਕ ਬਹੁਤ ਸੋਚੀ ਸਮਝੀ ਡੂੰਘੀ ਸਾਜ਼ਿਸ਼ ਚੱਲ ਰਹੀ ਹੈ ਪੰਜਾਬ ਨਾਲ, ਪੰਜਾਬ ਦੇ ਲੋਕਾਂ ਨਾਲ। ਕਿਉਂਕਿ ਸਵਾਲ ਉੱਠਣਾ ਸ਼ੁਰੂ ਹੋਇਆ ਕਿ ਅਧਿਆਪਕਾਂ ਨੂੰ ਜਿਹੜੇ ਤੁਸੀਂ ਨਿਯੁਕਤੀ ਪੱਤਰ ਦਿੱਤੇ ਨੇ, ਉਹਦੇ ਵਿੱਚ ਨਾ ਤੇ ਉਹਨਾਂ ਦੀ ਕੋਈ ਰਿਟਾਇਰਮੈਂਟ ਦੀ ਪਾਲਿਸੀ ਹੈ, ਨਾ ਉਹਨਾਂ ਦਾ ਕੋਈ ਮੈਡੀਕਲ ਹੈ, ਨਾ ਕੋਈ ਉਹਨਾਂ ਦੀ ਗ੍ਰੈਜੂਏਟੀ ਹੈ, ਨਾ ਉਹਨਾਂ ਦੇ ਕੋਈ ਭੱਤੇ ਨੇ, ਨਾ ਤੁਸੀਂ ਉਹਦਾ ਕੋਈ ਦੱਸਿਆ ਕਿਹੜਾ ਗ੍ਰੇਡ ਦਿੱਤਾ ਜਾਊਗਾ। ਉੱਤੋਂ ਦੀ ਫਲੱਡ ਦੇ ਨਾਲ ਜਿਸ ਤਰੀਕੇ ਨਾਲ ਪੰਜਾਬ ਡੁੱਬਿਆ ਹੋਇਆ, ਉਹ ਵੀ ਸਵਾਲ ਉੱਠ ਰਹੇ ਨੇ ਵੀ ਤੁਸੀਂ 48 ਦੇ ਕਰੀਬ ਲੋਕ ਜਿਹੜੇ ਮਰ ਗਏ ਨੇ, ਉਹਨਾਂ ਵਾਸਤੇ ਕੋਈ ਐਲਾਨ ਨਹੀਂ ਕੀਤਾ। ਜਿਹੜੀਆਂ ਫਸਲਾਂ ਉੱਜੜ ਗਈਆਂ ਉਹਨਾਂ ਵਾਸਤੇ ਐਲਾਨ ਨਹੀਂ। ਤੁਸੀਂ ਮੁਰਗੀਆਂ ਦੀਆਂ ਬੱਕਰੀਆਂ ਦੀਆਂ ਗੱਲਾਂ ਕਰਦੇ ਹੋ। ਇਹ ਸਾਰੇ ਸਵਾਲਾਂ ਨੂੰ ਪਾਸੇ ਕਰਨ ਵਾਸਤੇ ਤੁਸੀਂ ਅਗਰ ਸੀਰੀਜ਼ ਦੇਖੋਗੇ ਤੇ ਹਰ ਰੋਜ਼ ਇੱਕ ਐਸਾ ਟੋਟਕਾ ਛੱਡਿਆ ਜਾਂਦਾ ਜਿਹਦੇ ਉੱਤੇ ਅਸੀਂ ਬੈਠ ਕੇ ਡਿਬੇਟ ਕਰਵਾਈਏ। ਬਿਲਕੁਲ ਵੀ ਉਹ ਪੰਜਾਬ ਦਾ ਪੈਸਾ ਕਿੱਥੇ ਉਜਾੜ ਰਹੇ ਨੇ, ਪੰਜਾਬ ਦੇ ਪੈਸੇ ਨਾਲ ਕਿੱਥੇ ਅਯਾਸ਼ੀਆਂ ਕਰ ਰਹੇ ਨੇ, ਪੰਜਾਬ ਦੇ ਪੈਸੇ ਨਾਲ ਕਿਸ ਤਰੀਕੇ ਨਾਲ ਆਪਣੇ ਜਿਹੜੇ ਸੁਪਰੀਮੋ ਉਹਨਾਂ ਨੂੰ ਰਜਾਇਆ ਜਾ ਰਿਹਾ, ਉਹਨਾਂ ਨੂੰ ਘੁਮਾਇਆ ਜਾ ਰਿਹਾ, ਜਾਂ ਪੰਜਾਬ ਦੀ ਜਿਹੜੀ ਪੁਲਿਸ ਹੈ ਕਿੱਥੇ ਕਿੱਥੇ ਲਾਈ ਜਾ ਰਹੀ ਹੈ, ਕਿਸ ਤਰੀਕੇ ਨਾਲ ਉਹਨੂੰ ਯੂਟਿਲਾਈਜ਼ ਕੀਤਾ ਜਾ ਰਿਹਾ। ਜਿਹੜਾ ਕਰਜ਼ਾ ਕਹਿੰਦੇ ਸੀ ਅਸੀਂ ਸਾਰਾ ਸਾਫ਼ ਕਰ ਦਾਂਗੇ, ਜਿਹੜਾ ਵਾਪਸ ਕਰ ਦਾਂਗੇ, ਅੱਜ ਪੰਜਾਬ ਦੇ ਉੱਤੇ 50-60 ਹਜ਼ਾਰ ਕਰੋੜ ਦਾ ਕਰਜ਼ਾ 1.5 ਸਾਲ ਚੜ੍ਹਾ ਦਿੱਤਾ ਗਿਆ। ਉਹਨਾਂ ਉੱਤੇ ਸਵਾਲ ਨਾ ਉੱਠਣ, ਉਹਨਾਂ ਸਵਾਲਾਂ ਨੂੰ ਪਾਸੇ ਕਰਨ ਵਾਸਤੇ ਇਹੋ ਜਿਹੇ ਜਿਹੜੇ ਨਿਚਲੀ ਸਤਰ ਦੀ ਰਾਜਨੀਤੀ ਹੈ ਜਾਂ ਇਹੋ ਜਿਹੇ ਜਿਹੜੇ ਘਟੀਆਪਣ ਜਿਹੜਾ ਹੈਗਾ ਉਹਨੂੰ ਉਜਾਗਰ ਕੀਤਾ ਜਾਂਦਾ। ਬੋਲਿਆ ਵੀ ਲੋਕ ਮਰ ਰਹੇ ਹੜ੍ਹਾਂ ਤੋਂ, ਲੋਕ ਮਰ ਰਹੇ ਆ ਨਸ਼ਿਆਂ ਤੋਂ, ਪੰਜਾਬ ਦੇ ਲੋਕ ਮਰ ਰਹੇ ਬੇਰੁਜ਼ਗਾਰੀ ਤੋਂ, ਲੋਕ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੇ ਆ, ਉੱਥੇ ਕਾਮਯਾਬ ਹੋ ਰਹੇ ਆ। ਇੱਥੇ ਅੱਗੇ ਮੈਂ ਬਾਰ-ਬਾਰ ਇੱਕ ਸਿੱਧੂ ਸਾਹਿਬ ਗੱਲ ਕਰਦਾ, ਅੱਗੇ ਇਕੱਲੇ ਕਿਸਾਨਾਂ ਦੇ ਪੁੱਤ ਜਾ ਰਹੇ ਸੀ ਕਿੱਲੇ ਵੇਚ ਕੇ, ਹੁਣ ਸ਼ਹਿਰ ਦੇ ਲੋਕ ਵੀ ਆਪਣੀਆਂ ਜ਼ਮੀਨਾਂ ਵੇਚ ਕੇ, ਆਪਣੀ ਜਾਇਦਾਦਾਂ ਵੇਚ ਕੇ, ਆਪਣੀਆਂ ਫੈਕਟਰੀਆਂ ਵੇਚ ਕੇ, ਆਪਣੀਆਂ ਦੁਕਾਨਾਂ ਵੇਚ ਕੇ ਬਾਹਰ ਜਾ ਰਹੇ। ਇਹਦਾ ਕਾਰਨ ਕੀ ਹੈ? ਕਾਰਨ ਸੀਗਾ ਲੋਕਾਂ ਦੀ ਦਰਦ ਸੀਗੀ। ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਐਂਟਰੀ ਕੀਤੀ, ਇਹਨਾਂ ਨੇ ਲੋਕਾਂ ਦੇ ਦਰਦ ਦੇ ਉੱਤੇ ਵਾਰ ਕੀਤਾ, ਦਰਦ ਦੇ ਉੱਤੇ ਨਮਕ ਛਿੜਕਿਆ, ਲੋਕਾਂ ਦੇ ਦਰਦ ਉੱਠ ਪਏ ਤੇ ਲੋਕਾਂ ਨੇ ਲੱਗਿਆ ਵੀ ਸ਼ਾਇਦ ਇਹ ਸਾਡੇ ਕੰਮ ਕਰੂਗਾ। ਔਰ ਮੈਂ ਸਮਝਦਾ ਜਿਹੜੀ ਤਰ੍ਹਾਂ ਦੀ ਉਹਨਾਂ ਦੀ ਬਿਆਨਬਾਜ਼ੀ ਹੈ, ਕਦੀ ਕਿਸੇ ਤੇ ਬਿਆਨਬਾਜ਼ੀ ਕਰਨਾ, ਕਦੀ ਕਹਿੰਦਾ ਦਾੜੀ ਬੰਨ ਲਈ, ਦਾੜੀ ਖੋਲ ਲਈ, ਕਦੀ ਕਿਸੇ ਦੇ ਖਿਲਾਫ ਬੋਲਣਾ ਚਾਹੋ, ਅੱਗੋਂ ਵੀ ਜਵਾਬ ਬਰਾਬਰ ਆਉਂਦਾ, ਜਵਾਬ ਅੱਗੋਂ ਵੀ ਘੱਟ ਨਹੀਂ ਆਉਂਦਾ। ਪਰ ਆਪਾਂ ਸ਼ੁਰੂ ਕਰਦੇ ਹੀ ਕਿਉਂ ਹੈ? ਆਪਾਂ ਨੂੰ ਸ਼ੁਰੂ ਕਰਨ ਦੀ ਕੀ ਲੋੜ ਕੀ ਹੈ? ਆਪਾਂ ਪੰਜਾਬ ਦੇ ਮੁੱਦੇ ਤੇ ਰਾਜਨੀਤੀ ਕਿਉਂ ਨਹੀਂ ਕਰਦੇ? ਪੰਜਾਬ ਦੇ ਮੁੱਖ ਮੰਤਰੀ ਬਹੁਤ ਜ਼ਿਆਦਾ ਸ਼ਾਤਿਰ ਨੇ, ਇੰਨੇ ਸ਼ਾਤਿਰ ਨੇ ਕਿ ਪੰਜਾਬ ਜਦੋਂ ਆਪਾਂ ਸਵਾਲ ਪੰਜਾਬ ਨੇ ਉਹਨਾਂ ਦੇ ਉੱਤੇ ਆਏ ਹੈ ਤਾਂ ਉਹਨਾਂ ਨੇ ਡਾਈਵਰਸ਼ਨ ਕੀਤੀ ਹੈ। ਕਿਵੇਂ ਕੀਤੀ ਹੈ? ਪੁਆਇੰਟ ਵਾਈਜ਼ ਦੱਸਦੀਆਂ। ਕਦੇ ਤਾਂ ਉਹ ਚੰਨੀ ਜੀ ਦਾ ਮੁੱਦਾ ਲਿਆਉਂਦੇ ਨੇ, FIR ਹੋਈ ਨਹੀਂ ਹਜੇ ਤੱਕ ਉਸ ਸਪੋਰਟਸ ਵਾਲੇ ਮੁੰਡੇ ਦਾ, ਕਦੇ ਸਿੱਧੂ ਜੀ ਤੇ ਟਿੱਪਣੀ, ਔਰ ਹੁਣ ਲੇਟੈਸਟ ਮਨਪ੍ਰੀਤ ਬਾਦਲ ਦਾ ਕੰਟਰੋਵਰਸੀ ਚੱਲ ਰਹੀ ਹੈ ਜਿਹਦੇ ਤੇ ਸਾਰੇ ਕਿਤੇ ਕੈਪਚਰ ਮੀਡੀਆ ਮਨਪ੍ਰੀਤ ਬਾਦਲ ਹੈ। ਔਰ ਅੱਜ ਭਗਵੰਤ ਮਾਨ ਸੁਖਬੀਰ ਬਾਦਲ ਤੇ ਕਮੈਂਟ ਕਰਦੇ ਨੇ। ਔਰ ਤੁਸੀਂ ਸੋਚਣ ਦੀ ਕੋਸ਼ਿਸ਼ ਕਰੋ ਵੀ ਭਗਵੰਤ ਮਾਨ ਵਰਸਸ ਦੇਸ ਸਿਆਸਤ ਦੇ ਵਿੱਚ ਪਿਛਲੇ ਮਹੀਨੇ ਤੋਂ ਜਦੋਂ ਤੋਂ ਆਪਾਂ ਹੜ੍ਹਾਂ 'ਚ ਡੁੱਬੇ ਆ, ਜਦੋਂ ਤੋਂ ਹੜ੍ਹਾਂ ਤੇ ਗੱਲ ਕਰਨੀ ਹੈ, ਇਹਨਾਂ ਦੀ ਮਿਸਮੈਨੇਜਮੈਂਟ ਹੈ ਤੇ ਭਗਵੰਤ ਮਾਨ 1 by 1 ਆਪੋਜੀਸ਼ਨ ਲੀਡਰਸ ਨੂੰ ਪਿਕ ਕਰ ਰਹੇ ਨੇ ਵੀ ਲੋਕਾਂ ਦਾ ਧਿਆਨ ਭਟਕਾਇਆ ਜਾਵੇ। ਕਾਰਨ ਕਿਉਂਕਿ ਹੜ੍ਹਾਂ ਦੇ ਵਿੱਚ ਇਹ ਫੇਲ ਰਹੇ ਨੇ।
ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਇਲੈਕਸ਼ਨ ਮੋਡ ਦੇ ਵਿੱਚੋਂ, ਇਲੈਕਸ਼ਨ ਕੈਂਪੇਨ ਦੇ ਵਿੱਚੋਂ ਹਜੇ ਤੱਕ ਬਾਹਰ ਨਹੀਂ ਆਏ। ਹੋ ਸਕਦਾ ਉਹ ਬਾਹਰ ਹਜੇ ਤੱਕ ਤਾਂ ਨਹੀਂ ਆਏ ਕਿਉਂਕਿ ਸਾਡੇ ਪੰਜਾਬ ਜਿਨ੍ਹਾਂ ਨੇ ਐਡਾ ਵੱਡਾ ਵਰਡਿਕਟ ਦੇ ਕੇ ਸਿਰ ਅੱਖਾਂ ਤੇ ਬਿਠਾਇਆ ਤੇ ਉਹ ਇਹੀ ਕੁਝ ਦੇਖਣਾ ਪਸੰਦ ਕਰਦੇ ਨੇ। ਹੁਣ ਇੱਥੇ ਇੱਕ ਬੜੀ ਬਲੈਂਕ ਜੀ ਲਾਈਨ ਖਿੱਚਣੀ ਜ਼ਰੂਰੀ ਹੋ ਜਾਂਦੀ ਆ ਲੀਡਰਸ਼ਿਪ ਤੇ ਪਬਲਿਕ ਦੇ ਵਿਚਾਲੇ। ਠੀਕ ਆ, ਇਲੈਕਸ਼ਨ ਦੇ ਵਿੱਚ ਇਹ ਭਗਵੰਤ ਸਿੰਘ ਮਾਨ ਦੀ ਵੀਡੀਓ ਵੀ ਮੈਂ ਕਈ ਵਾਰੀ ਦੇਖ ਚੁੱਕਿਆ ਵਾਂ, ਸੁਖਬੀਰ ਸਿੰਘ ਬਾਦਲ ਦੀ ਵੀ ਫੋਟੋ ਕਈ ਵਾਰੀ ਵਾਇਰਲ ਹੋ ਚੁੱਕੀ ਆ। ਹੈਰਾਨੀ ਇਸ ਗੱਲ ਦੀ ਆ ਵੀ ਅੱਜ ਅਸੀਂ ਇਸ ਤੇ ਡਿਬੇਟ ਕਰ ਰਹੇ ਹਾਂ, ਅੱਜ ਡਿਸਕਸ਼ਨ ਕਰ ਰਹੇ ਹਾਂ। ਸ਼ਾਇਦ ਕਿਤੇ ਨਾ ਕਿਤੇ ਮੀਡੀਆ ਦੀ ਵੀ ਮਜਬੂਰੀ ਹੋ ਜਾਂਦੀ ਆ ਕਿਉਂਕਿ ਸਾਡੇ ਵੋਟਰ ਇਹ ਨਹੀਂ ਜਾਣਨਾ ਚਾਹੁੰਦੇ ਵੀ ਪੰਜਾਬ ਦਾ ਕਿੰਨਾ ਯੂਥ ਬਾਹਰ ਚਲਿਆ ਗਿਆ। ਇਹ ਨਹੀਂ ਜਾਣਨਾ ਚਾਹੁੰਦੇ ਵੀ ਪੰਜਾਬ ਵਿੱਚ ਰੋਜ਼ ਕਿੰਨੀਆਂ ਧੀਆਂ ਦੀ ਪੱਤ ਲੈਂਦੀ ਆ। ਇਹ ਨਹੀਂ ਜਾਣਨਾ ਚਾਹੁੰਦੇ ਜਿਨ੍ਹਾਂ ਦੇ ਘਰ ਉਜੜ ਗਏ, ਉਹਨਾਂ ਦੇ ਵਿਆਹਾਂ ਤੱਕ ਕੁੜੀਆਂ ਦੇ ਨਹੀਂ ਹੋਣੇ, ਫੀਸਾਂ ਤੱਕ ਭਰੀਆਂ ਨਹੀਂ। ਸ਼ਾਇਦ ਸਾਡਾ ਵੋਟਰ ਜਾਂ ਸਾਡਾ ਪੰਜਾਬੀ ਅੱਜ ਸ਼ਾਇਦ ਜਾਣਨਾ ਨਹੀਂ ਚਾਹੁੰਦਾ। ਇਸ ਕਰਕੇ ਜਿਹੜਾ ਕੁਝ ਉਹ ਦੇਖਣਾ ਜਾਂ ਜਾਣਨਾ ਚਾਹੁੰਦਾ ਜਾਂ ਜਿਸ ਤੇ ਕਟਾਸ਼ ਲੈਣਾ ਚਾਹੁੰਦਾ, ਹੱਥੋਂ ਹੱਥ ਮੋਬਾਈਲ ਆ, ਉਹੋ ਜਿਹਾ ਕੁਝ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ ਦੇ जिस मुद्दे पर आप गल करन लगे हैं, बीइंग ए जर्नलिस्ट मैं कहाँ कि एक निवेकली पंजाब की स्थिति के बिल्कुल विपरीत जाके मैं गल करन लगे हैं। पंजाब एक पासे चाहे हड़ां की मार चल रहा है, हड़ां की मार च डुब रहा है, साढ़े नौजवान नशे नाल मर रहे हैं, हर रोज़ दम तोड़ रहे हैं। आप सारे जानते हैं, मेरे नाल तुसीं वध जानते हो, जिहड़े दर्शक देख रहे हैं सुन रहे हैं। पर मैं जिहड़ी गल करन लग्या वो ये है कि साडी जिहड़ी पोलीटिकल लीडरशिप है वो किस कदर जिहड़ा हैगा अपनी भूमिका निभा रही है। इस मुद्दे ते मैं गल करनी चाहां तो मैं बहुत लंबी गल कर सकदा। साडे नाल मेहमान आप उन्हां दा विचार, उन्हां दे कमेंट्स लवांगे, पर मैं शुरुआती तौर पर दो लाइनां जरूर दर्शकों के नाल साझियां करनियां चाहुंदा है। मुख मंत्री भगवंत मान उस वालों अज जिहड़ा बकायदा एक ट्वीट जारी करके कहा गया कि देखो जिहड़ी धिर मुद्दों की गल करती है, मेरे कहण तो मुराद है सुखबीर बादल। सुखबीर बादल ने कदे अपने परिवार नाल होली खेडी होएगी तो सिर ते उन्होंने पगड़ी नहीं है, होली खेड रहे हैं जां रंग लग्या वा उन्होंने, तो ट्वीट दे चो तस्वीर है बकायदा। इस तरीके दे नाल कुछ मिनट होर लंघे तो अकाली दल के प्रधान सुखबीर सिंह बादल उन्होंने वालों एक तगड़ा टिका के जवाब दिता गया। उन्होंने वालों मुख्यमंत्री भगवंत मान की एक वीडियो वायरल जी होंगी है वो जारी की गई, जिसे दिखाया कि किस तरह वो खाना खा रहे हैं, किस तरह की हरकत कर रहे हैं। पंजाब किस दौर चो गुजर रहा है, असी किहो जी लीडरशिप के हत्थों च पहुँच गए हैं। असी गल करते हैं पंजाब के विकास की, पंजाब नूं संकट चों कड्ढण दी, पर साडी लीडरशिप की कर रही है। पंजाबी च सधारण भाषा मैं गल करां तो किस तरह एक दूजे दे मालवे च कहंदे है झुग्गे पाड़न लगे हुए है, कमीज़ पाड़न लगे हुए है। इन्हां मुद्दों ते मेरे नाल चर्चा जिहड़े मेहमान साडे नाल जुड़े है, मैं उन्हां दी जाण पछाण कराउण तो पहलां जिस ट्वीट की आपां गल कीती है, आओ पहलां वो ट्वीट तो वीडियो तो साडे सीनियर जर्नलिस्ट वालों एक जिहड़ी रिपोर्ट तैयार की गई ਉਹਦੇ कुछ अंश ਜਿਹੜੇ ਹੈਗੇ ਆ ਆਪਣੇ ਦਰਸ਼ਕਾਂ ਨਾਲ ਸਾਂਝੇ ਕਰ ਲੈਣੇ ਆ। ਮੁੱਖ ਮੰਤਰੀ ਭਗਵੰਤ ਮਾਨ ਦੇ ਟਵਿੱਟਰ ਹੈਂਡਲ ਉੱਤੇ ਸੁਖਬੀਰ ਬਾਦਲ ਨੂੰ ਲੈ ਕੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਲੈ ਕੇ ਲਗਾਤਾਰ ਮੁੱਖ ਮੰਤਰੀ ਮਾਨ ਅਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਟਵਿੱਟਰ ਜੰਗ ਛਿੜ ਚੁੱਕੀ ਹੈ। ਭਗਵੰਤ ਮਾਨ ਦੇ ਟਵਿੱਟਰ ਹੈਂਡਲ ਉੱਤੇ ਸੁਖਬੀਰ ਸਿੰਘ ਬਾਦਲ ਦੀ ਇੱਕ ਤਸਵੀਰ ਨੂੰ ਸ਼ੇਅਰ ਕੀਤਾ ਗਿਆ ਹੈ। ਉਸ ਉੱਤੇ ਲਿਖਿਆ ਗਿਆ, ਇਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁੱਦਈ ਬਣੇ ਹੋਏ ਨੇ, नहीं वो लभने लाल गवाचे ਉਹ ਮਿੱਟੀ ਨਾ ਫਰੋਲ ਜੋਗੀਆ। ਇਸ ਤੋਂ ਬਾਅਦ ਨਾਲ ਹੀ ਨਾਲ ਸੁਖਬੀਰ ਸਿੰਘ ਬਾਦਲ ਦੇ ਟਵਿੱਟਰ ਹੈਂਡਲ ਉੱਤੇ ਵੀ ਇੱਕ ਬਹੁਤ ਹੀ ਹਾਸੋਹੀਨ ਪੋਸਟ ਸ਼ੇਅਰ ਕੀਤੀ ਗਈ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਟਵਿੱਟਰ ਹੈਂਡਲ ਉੱਤੇ ਇਹ ਸਾਫ਼ ਲਿਖਿਆ ਹੈ ਕਿ ਅੱਜ ਕੱਲ ਸਟੇਟ ਇਹਨਾਂ ਦੇ ਹੱਥ ਵਿੱਚ ਹੈ। ਸਟੇਟ ਅਤੇ ਸਟੇਜ ਵਿੱਚ ਬਹੁਤ ਫਰਕ ਹੁੰਦਾ ਹੈ। ਡਰਾਈਵਰ ਹੋਵੇ ਸ਼ਰਾਬੀ ਦਾਰੂਬਾਜ਼ ਤਾਂ ਸਵਾਰੀ ਆਪਣੇ ਜਾਨ ਅਤੇ ਆਪਣੇ ਸਨਮਾਨ ਦੀ ਆਪ ਜ਼ਿੰਮੇਵਾਰ ਹੈ। ਇਸ ਤੋਂ ਬਾਅਦ ਲਗਾਤਾਰ ਕਈ ਸਿਆਸੀ ਚਰਚਾਵਾਂ ਵੀ ਸਿਆਸਤ ਦੇ ਮੈਦਾਨ ਵਿੱਚ ਛਿੜ ਚੁੱਕੀਆਂ ਨੇ।
ਆਓ ਤਸਵੀਰਾਂ ਵਿੱਚ ਤੁਹਾਨੂੰ ਵੀ ਦਿਖਾਉਂਦੇ ਹਾਂ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਇੱਕ ਹੋਲੀ ਵਾਲੇ ਦਿਨ ਦੀ ਤਸਵੀਰ ਉੱਤੇ ਟਿੱਪਣੀ ਕੀਤੀ, ਜਿਸ ਤੋਂ ਬਾਅਦ ਨਾਲ ਦੀ ਨਾਲ ਸ਼ਬਦੀ ਜੰਗ ਸੁਖਬੀਰ ਸਿੰਘ ਬਾਦਲ ਨੇ ਵੀ ਕੀਤੀ ਹੈ। ਆਓ ਤੁਸੀਂ ਵੀ ਸੁਣੋ। ਨੇ ਰੰਗਾਂ ਦੀ ਤਸਵੀਰ ਦੇਖੀ ਹੈ। ਬੀਇੰਗ ਏ ਜਰਨਲਿਸਟ ਕਮੈਂਟ ਕਰਕੇ ਆਪਾਂ ਆਪਣੇ ਦਰਸ਼ਕਾਂ ਦੀ ਜਾਣ ਪਹਿਚਾਣ ਕਰਾਉਨੇ ਆ ਕਿ ਦਹਾਕਿਆਂ ਤੱਕ ਮੈਂ ਪੰਜਾਬ ਨੂੰ ਬੜਾ ਨਜ਼ਦੀਕ ਤੋਂ ਦੇਖਿਆ ਤੇ ਕਵਰ ਕਰਦਾ ਆ ਰਿਹਾ ਹਾਂ। ਇੰਨਾ ਪੰਜਾਬ ਨੇ ਬਹੁਤ ਕੁਝ ਦੇਖਿਆ, ਬਹੁਤ ਕੁਝ ਹੰਡਾਇਆ। ਪੋਲੀਟੀਕਲ ਤੌਰ ਤੇ ਇਸ ਕਦਰ ਨਿਗਾਰ ਇਹ ਪਹਿਲਾ ਮੌਕਾ ਹੈ ਮੇਰੇ ਪ੍ਰੋਫੈਸ਼ਨਲ ਕੈਰੀਅਰ 'ਚ ਕਿ ਸਾਡੇ ਪੋਲੀਟੀਸ਼ੀਅਨ, ਸਾਡੀ ਲੀਡਰਸ਼ਿਪ ਇਸ ਹੱਦ ਤੱਕ ਵੀ ਜਾ ਸਕਦੀ ਹੈ। ਖੈਰ, ਆਪਾਂ ਮਹਿਮਾਨਾਂ ਦਾ ਸਤਿਕਾਰ ਕਰੀਏ। ਆਓ ਆਪਾਂ ਉਹਨਾਂ ਦੀ ਜਾਣ ਪਛਾਣ ਕਰਾਉਨੇ ਆ। ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਸੀਨੀਅਰ ਜਰਨਲਿਸਟ ਹੈ, ਪੰਜਾਬ ਦੇ ਲੰਬੇ ਸਮੇਂ ਤੋਂ ਪੰਜਾਬ ਕਵਰ ਕਰਦੇ ਆ ਰਹੇ ਹੈ। ਸਾਡੇ ਨਾਲ ਹਰਜੀਤ ਸਿੰਘ ਭੁੱਲਰ, ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਬੁਲਾਰੇ। ਸਾਡੇ ਨਾਲ ਡਾਕਟਰ ਬੂਟਾ ਸਿੰਘ ਬਰਾਗੀ ਜੀ, ਰਾਜਸੀ ਵਿਸ਼ਲੇਸ਼ਕ ਤੇ ਜਾਣੇ ਪਹਿਚਾਣੇ ਚਿਹਰੇ। ਸਾਡੇ ਨਾਲ ਅਮਰਤਾ ਗਿੱਲ, ਪੰਜਾਬ ਕਾਂਗਰਸ ਦੇ ਯੁਵਾ ਚਿਹਰੇ, ਜਾਣੇ ਪਹਿਚਾਣੇ ਬੁਲਾਰੇ। ਸਾਡੇ ਨਾਲ ਗੁਰਦੀਪ ਸਿੰਘ ਗੋਸ਼ਾ ਜੀ, ਦੇਸ਼ ਦੀ ਮੁੱਖ ਹਾਕਮ ਧਿਰ ਦੇ ਜਾਣੇ ਪਹਿਚਾਣੇ ਚਿਹਰੇ ਤੇ ਬੁਲਾਰੇ। ਸਾਰੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਪੈਨਲ ਤੇ ਆਉਣ ਲਈ ਜਿੱਥੇ ਜੀ ਆਖਦਾ ਹਾਂ, ਵੈਲਕਮ ਕਰਦਾ ਹਾਂ। ਜਰਨਲਿਸਟ ਦੇ ਤੌਰ ਤੇ ਰੁਪਾਲ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਤੁਸੀਂ ਵੀ ਲੰਬੇ ਸਮੇਂ ਤੋਂ ਪੰਜਾਬ ਨੂੰ ਕਵਰ ਕਰਦੇ ਆ ਰਹੇ ਹੋ। ਜੋ ਤਸਵੀਰਾਂ ਦਿਖਾਈਆਂ ਗਈਆਂ, ਇੱਕ ਤਸਵੀਰ ਸੁਖਬੀਰ ਬਾਦਲ ਦੀ ਦਿਖਾਈ ਕਿਸ ਨੇ? ਮੁੱਖ ਮੰਤਰੀ ਭਗਵੰਤ ਮਾਨ ਨੇ। ਦੂਸਰੀ ਤਸਵੀਰ ਫੌਰੀ ਤੌਰ ਤੇ ਉਸ ਦੇ ਜਵਾਬ ਦੇ ਵਿੱਚ ਜਿਹੜਾ ਸੁਖਬੀਰ ਬਾਦਲ ਵੱਲੋਂ ਦਿੱਤੀ ਗਈ ਹੈ ਕਿ ਕਿਸ ਕਦਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਖਾਣਾ ਖਾ ਰਿਹਾ, ਕਿਸ ਤਰ੍ਹਾਂ ਦੀ ਸਥਿਤੀ ਹੈ। ਅਸੀਂ ਤਸਵੀਰਾਂ ਦੀ ਗੱਲ ਜ਼ਾਹਰਾ ਤੌਰ ਤੇ ਜ਼ਰੂਰ ਕਰਦੇ ਹਾਂ, ਪਰ ਇਹਦੇ ਪਿੱਛੇ ਇੱਕ ਬਹੁਤ ਵੱਡਾ ਪੰਜਾਬ ਦਾ ਦਰਦ ਤੇ ਚੀਜ਼ ਇਸ ਕਰਕੇ ਵੀ ਸ਼ਾਇਦ ਜਿਹੜੇ ਦੁਨੀਆ ਭਰ 'ਚ ਬੈਠੇ ਪੰਜਾਬੀ ਦੇਖ ਰਹੇ, ਸੁਣ ਰਹੇ ਹੈ, ਉਹ ਟਸਕ ਹੋਏਗੀ ਕਿ ਕੀ ਸਾਡੀ ਲੀਡਰਸ਼ਿਪ ਇਹ ਉਹੀ ਹੈ ਜਿਹੜੀ ਰੰਗਲਾ ਪੰਜਾਬ ਜਾਂ ਪੰਜਾਬ ਨੂੰ ਸੰਕਟ 'ਚੋਂ ਕੱਢਣ ਦੀ ਗੱਲ ਕਰਦੀ ਹੈ? ਪ੍ਰੀਤਮ ਰੁਪਾਲ ਜੀ। ਸਿੱਧੂ ਸਾਹਿਬ, ਅਸਲ ਦੇ ਵਿੱਚ ਸਾਡਾ ਇੰਨਾ ਨਿਘਾਰ ਆ ਚੁੱਕਿਆ ਸਾਡੀ ਸਾਰੀ ਸਿਆਸਤ ਦੇ ਵਿੱਚ, ਰਾਜਨੀਤੀ ਦੇ ਵਿੱਚ। ਸਾਡੀ ਸਾਰੀ ਰਾਜਨੀਤੀ ਮੁੱਦਿਆਂ ਤੇ ਕੇਂਦਰਿਤ ਹੋਣ ਦੀ ਬਜਾਏ ਪਰਸਨੈਲਿਟੀ ਦੇ ਉੱਪਰ ਆ ਕੇ ਖੜ ਗਈ ਹੈ। ਤੇ ਇਹਦਾ ਕਾਰਨ ਸਾਰਾ ਇਹੀ ਹੈ ਕਿ ਜਿਹੜੇ ਆਵਾਮ ਹੈ, ਜਿਹੜੇ ਲੋਕ ਹੈ ਜਾਂ ਵੋਟਰ ਹੈ ਜਾਂ ਹੋਰ ਹੈ, ਉਹਨਾਂ ਨੂੰ ਵੀ ਇਸ ਤਰ੍ਹਾਂ ਲੱਗਣ ਲੱਗ ਪਿਆ ਕਿ ਸ਼ਾਇਦ ਇਹੀ ਇੱਕੋ ਇਨਸਾਨ ਜ਼ਿੰਮੇਵਾਰ ਹੈ ਸਭ ਕਾਸੇ ਲਈ। ਇਸੇ ਕਰਕੇ ਇੱਕ ਦੂਜੇ ਦੇ ਖਿਲਾਫ ਜਿਹੜੀ ਦੂਸ਼ਣਬਾਜ਼ੀ ਹੈ, ਕਈ ਵਾਰ ਮੈਨੂੰ ਲੱਗਦਾ ਕਿ ਸ਼ਾਇਦ ਲੋਕਾਂ ਨੂੰ ਵੀ ਇਹ ਉਹਨਾਂ ਨੂੰ ਐਂਟਰਟੇਨ ਤਾਂ ਭਾਵੇਂ ਨਾ ਕਰਦੇ ਹੋਏ, ਸ਼ਾਇਦ ਕਿਤੇ ਨਾ ਕਿਤੇ ਜਿਹੜਾ ਹੈ ਉਹਨਾਂ ਨੂੰ ਇਹ ਲੱਗਦਾ ਹੋਵੇਗਾ ਕਿ ਹਾਂ ਠੀਕ ਹੈ, ਇਹਦੇ ਖਿਲਾਫ ਆ ਜਿਹੜੀ ਗੱਲ ਕੱਢ ਕੇ ਲਿਆਂਦੀ ਹੈ ਬੜੀ ਵੱਡੀ ਗੱਲ ਹੈ। ਪਰ ਮੈਂ ਸਮਝਦਾ ਕਿ ਸਿਆਸੀ ਤੌਰ ਤੇ ਵੀ ਜੇ ਅਸੀਂ ਇੱਕ ਪੱਤਰਕਾਰੀ ਦੇ ਪੇਸ਼ੇ ਦੇ ਨਾਲ ਜੁੜੇ ਹੋਏ ਹਾਂ, ਇਸ ਦ੍ਰਿਸ਼ਟੀਕੋਣ ਤੋਂ ਵੀ ਇਹ ਗੱਲ ਜਿਹੜੀ ਹੈ ਬਹੁਤ ਖਤਰਨਾਕ ਹੈ। ਜਿਸ ਪਾਸੇ ਅਸੀਂ ਵੱਧ ਰਹੇ ਹਾਂ, ਸਾਡੀ ਸਿਆਸਤ ਵੱਧ ਰਹੀ ਹੈ, ਸਾਡਾ ਮੀਡੀਆ ਵੱਧ ਰਿਹਾ ਹੈ। ਹੁਣ ਅਸੀਂ ਇਸ ਹੱਦ ਤੱਕ ਲੋਕਾਂ ਦੇ ਘਰਾਂ ਤੱਕ ਚਲੇ ਗਏ ਹਾਂ। ਦੇਖੋ, ਪਹਿਲੀ ਗੱਲ ਜਿਹੜੀ ਭਗਵੰਤ ਮਾਨ ਹੋਰਾਂ ਨੇ ਤਸਵੀਰ ਸਾਂਝੀ ਕੀਤੀ ਹੈ, ਉਹਨਾਂ ਦੇ ਪਰਿਵਾਰ ਨਾਲ ਤਸਵੀਰ ਹੈ, ਹੋਲੀ ਖੇਡ ਰਹੇ ਹੈ, ਠੀਕ ਹੈ। ਇਹਦੇ 'ਚ ਜਿਹੜਾ ਹੈ ਮੈਨੂੰ ਇਹ ਗੱਲ ਦੀ ਸਮਝ ਨਹੀਂ ਆਉਂਦੀ ਕਿ ਭਗਵੰਤ ਮਾਨ ਹੋਰੀ ਬਤੌਰ ਇੱਕ ਪੰਜਾਬ ਦੇ ਮੁੱਖ ਮੰਤਰੀ ਇਹੋ ਜਿਹੀ ਜਿਹੜੀ ਗੱਲ ਜਿਹੜੀ ਕਰ ਰਹੇ ਹੈ ਕਿ ਸਿੱਖ ਮੁੱਦਿਆਂ ਦਾ ਜਾਂ ਹੋਰ ਇਸ ਗੱਲ ਨਾਲ ਕੋਈ ਸੰਬੰਧ ਹੀ ਨਹੀਂ ਹੈ। ਹੋਲੇ ਮਹੱਲੇ ਦਾ ਸਿੱਖੀ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਇਤਿਹਾਸਕ ਜਿਹੜਾ ਹੈਗਾ, ਉਹ ਮੈਂ ਸਮਝਦਾ ਕਿ ਹਾਂ ਇੱਕ ਰੋਲ ਵੀ ਹੈ ਤੇ ਇੱਕ ਸਾਡੇ ਲਈ ਇੱਕ ਬੜਾ ਵੱਡਾ ਉਹ ਇੱਕ ਇਹੋ ਜਿਹਾ ਮੌਕਾ ਹੈ। ਤੇ ਉੱਥੇ ਜੇ ਤੁਸੀਂ ਪਰਿਵਾਰ ਦੇ ਵਿੱਚ ਤੇ ਤੁਹਾਡੀ ਪੱਗ ਵੀ ਲੈ ਗਈ ਬੱਚਿਆਂ ਨਾਲ ਜਾਂ ਹੋਰ ਹੈ, ਉਹਨੂੰ ਇਸ ਨਾਲ ਸਿੱਖੀ ਨਾਲ ਜਾਂ ਸਿੱਖ ਵਿਚਾਰਧਾਰਾ ਨਾਲ ਜੋੜ ਕੇ ਵੇਖਣ ਵਾਲੀ ਮੈਨੂੰ ਲੱਗਦੀ ਹੈ ਕੋਈ ਗੱਲ ਜਿਹੜੀ ਆ ਉਹ ਨਹੀਂ ਸੀ। ਦੂਸਰੇ ਪਾਸੇ ਕਿਉਂਕਿ ਸਾਡੇ ਨੇਤਾਵਾਂ ਦੇ ਵਿੱਚ ਹੁਣ ਉਹ ਸ਼ਾਇਸਤਗੀ ਨਹੀਂ ਰਹੀ ਹੈ ਜਿਹੜੀ ਪਹਿਲੇ ਨੇਤਾਵਾਂ ਦੇ ਵਿੱਚ ਸੀ। ਭਾਵੇਂ ਆਪਾਂ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਕਰੀਏ ਜਾਂ ਹੋਰ ਜਿਹੜੇ ਸੀਨੀਅਰ ਸਾਡੇ ਆਗੂ ਸੀ ਵੱਖ-ਵੱਖ ਪਾਰਟੀਆਂ ਦੇ, ਉਹਨਾਂ ਦੀ ਗੱਲ ਕਰੀਏ, ਤੇ ਇੰਨੀ ਛੇਤੀ ਜਿਹੜਾ ਉਹਦਾ ਪ੍ਰਤੀਕਰਮ ਜੋ ਸੁਖਬੀਰ ਬਾਦਲ ਹੋਰਾਂ ਨੇ ਦਿੱਤਾ ਹੈ, ਉਹ ਵੀ ਮੈਂ ਸਮਝਦਾ ਕਿ ਕੋਈ ਮੈਚਿਓਰਿਟੀ ਵਾਲੀ ਜਿਹੜੀ ਗੱਲ ਇਹ ਨਹੀਂ ਹੈ। ਤੇ ਬਾਦਲ ਸਾਹਿਬ ਨੂੰ ਜਿਹੜਾ ਸੀ, ਜੇ ਭਗਵੰਤ ਮਾਨ ਹੋਰਾਂ ਨੇ ਇਹ ਟਵੀਟ ਕੀਤਾ ਜਾਂ ਹੋਰ ਹੈ, ਤੇ ਉਹਨਾਂ ਦਾ ਜਿਹੜਾ ਇੱਕ ਜਵਾਬ ਸੀ ਜੋ ਉਹ ਸਿੱਖੀ ਦੇ ਐਂਗਲ ਤੋਂ ਦਿੰਦੇ, ਜਿਸ ਗੱਲ ਤੇ ਭਗਵੰਤ ਮਾਨ ਹੋਰਾਂ ਨੇ ਜਾਂ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਜਾਂ ਖਿੱਲੀ ਉਡਾਉਣ ਦੀ ਕੋਸ਼ਿਸ਼ ਕੀਤੀ, ਮੇਰਾ ਖਿਆਲ ਹੈ ਜ਼ਿਆਦਾ ਬਿਹਤਰ ਹੋਣਾ ਸੀ ਤੇ ਜ਼ਿਆਦਾ ਉਹਦਾ ਜਿਹੜਾ ਸੀ ਇੱਕ ਵਾਜਬ ਜਿਹੜਾ ਜਵਾਬ ਹੋਣਾ ਸੀ। ਦੇਖੋ, ਬੰਦੇ ਦੀ ਜ਼ਾਤੀ ਜ਼ਿੰਦਗੀ, ਬੰਦਾ ਕਿਵੇਂ ਖਾਣਾ ਖਾਂਦਾ ਹੈ, ਕਿਵੇਂ ਬੱਚਿਆਂ ਨਾਲ ਰਹਿੰਦਾ ਹੈ, ਹੋਲੀ ਖੇਡਦਾ ਹੈ,
ਨਹੀਂ ਖੇਡਦਾ ਜਾਂ ਹੋਰ ਹੈ, ਉਹ ਬੰਦੇ ਦਾ ਇੱਕ ਜ਼ਾਤੀ ਉਹ ਹੈ। ਤੇ ਮੈਂ ਪਰ ਗੱਲ ਜਿਹੜੀ ਤੁਸੀਂ ਜਿੱਥੋਂ ਸ਼ੁਰੂ ਕੀਤੀ ਹੈ ਕਹਿੰਦਾ ਕਿ ਮੁੱਦਿਆਂ ਦੀ ਸਿਆਸਤ ਖਤਮ ਹੋਣ ਕਾਰਨ ਆਮ ਲੋਕਾਂ ਦੇ ਵਿੱਚ ਵੀ ਇਹ ਲੱਗਦਾ। ਇਹਦੀ ਸ਼ੁਰੂਆਤ ਸਾਡੇ ਕੈਪਟਨ ਅਮਰਿੰਦਰ ਸਿੰਘ ਜੀ ਮਾਨਯੋਗ, ਜੋ ਅੱਜ ਕੱਲ੍ਹ ਬੀਜੇਪੀ ਦੇ ਵਿੱਚ ਨੇ ਤੇ ਪਹਿਲਾਂ ਉਹ ਕਾਂਗਰਸ ਦੇ ਜਿਹੜੇ ਸੀ 2 ਵਾਰ ਮੁੱਖ ਮੰਤਰੀ ਰਹੇ ਨੇ, ਜਦੋਂ ਉਹ ਨਵਾਂ ਅਕਾਲੀ ਦਲ ਛੱਡ ਕੇ ਆਏ, ਆਪਣਾ ਜਿਹੜਾ ਉਹਨਾਂ ਨੇ ਅਕਾਲੀ ਦਲ ਬਣਾਇਆ ਸੀ ਤੇ ਕਾਂਗਰਸ ਦੇ ਵਿੱਚ ਉਹਨਾਂ ਨੂੰ ਜਗ੍ਹਾ ਮਿਲੀ, ਵਰਥ ਮਿਲਿਆ, ਪ੍ਰਧਾਨ ਬਣਾਇਆ, ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਬਾਦਲ ਸਾਹਿਬ ਦੇ ਖਿਲਾਫ ਜਾਂ ਅਕਾਲੀ ਆਗੂਆਂ ਦੇ ਖਿਲਾਫ ਬੋਲਣਾ ਸ਼ੁਰੂ ਕੀਤਾ, ਮੇਰਾ ਖਿਆਲ ਹੈ ਉਸ ਤੋਂ ਪਹਿਲਾਂ ਇਦਾਂ ਦੀ ਜਿਹੜੀ ਹੈ ਜ਼ਾਤੀ ਤੌਰ ਤੇ ਕੋਈ ਕਿਸੇ ਤੇ ਕਮੈਂਟ ਨਹੀਂ ਸੀ ਕਰਦਾ। ਮੁੱਦਿਆਂ ਦੀ ਸਿਆਸਤ ਹੁੰਦੀ ਸੀ, ਐਡੇ ਮੋਰਚੇ ਲੱਗੇ ਆ ਸਾਡੇ ਇਸ ਸਰਜ਼ਮੀਨ ਤੇ ਤੁਹਾਡੇ ਵਿਰੋਧ ਵੀ ਰਹੇ ਨੇ, ਮੁੱਦਿਆਂ ਤੇ ਰਹੇ ਨੇ, ਕਦੇ ਜ਼ਾਤੀ ਵਿਰੋਧ ਜਿਹੜੇ ਸੀ ਉਹ ਨਹੀਂ ਸੀ ਹੁੰਦੇ। ਜਦੋਂ ਕਦੇ ਸਮਾਗਮਾਂ ਤੇ ਆਗੂ ਮਿਲਦੇ ਸੀ, ਇੱਕ ਦੂਜੇ ਨੂੰ ਬੜਾ ਗਲੇ ਲੱਗ ਕੇ ਮਿਲਦੇ ਰਹੇ ਹੈਗੇ ਤੇ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੁੰਦੇ ਰਹੇ। ਪਰ ਮੈਨੂੰ ਲੱਗਦਾ ਕਿ ਜਿਸ ਪਾਸੇ ਸਿੱਧੂ ਸਾਹਿਬ ਅਸੀਂ ਹੁਣ ਸਾਡੀ ਪੂਰੀ ਸਿਆਸਤ ਜਿਹੜੀ ਵੱਧ ਰਹੀ ਹੈ ਜਿਸ ਪਾਸੇ ਵੱਲ, ਤੇ ਇਹ ਇੱਕ ਬਹੁਤ ਖਤਰਨਾਕ ਹੈ ਕਿ ਅਸੀਂ ਮੁੱਦਿਆਂ ਤੋਂ ਭੱਜ ਰਹੇ ਹਾਂ, ਭਾਵੇਂ ਉਹ ਸੱਤਾਧਾਰੀ ਧਿਰ ਹੈ ਭਾਵੇਂ ਵਿਰੋਧੀ ਧਿਰਾਂ ਨੇ, ਤੇ ਅਸੀਂ ਪਰਸਨੈਲਿਟੀ ਦੇ ਉੱਪਰ ਵੱਧ ਤੋਂ ਵੱਧ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਜੇ ਅਟੈਕ ਜੇ ਭਗਵੰਤ ਮਾਨ ਤੇ ਹੋਵੇ, ਉਹਦੇ ਕਮੇਡੀਅਨ ਹੋਣ ਤੇ ਹੋਵੇ, ਉਹਦੇ ਖਾਣ ਤੇ ਹੋਵੇ, ਇੱਦਾਂ ਹੀ ਬਾਦਲ ਸਾਹਿਬ ਤੇ ਹੋਵੇ, ਇੱਥੇ ਹੀ ਗੱਲ ਨਹੀਂ ਮਨਪ੍ਰੀਤ ਬਾਦਲ ਹੋਰਾਂ ਤੇ ਵੀ ਜੋ ਭਗਵੰਤ ਮਾਨ ਨੇ ਜੋ ਟਿੱਪਣੀ ਕੀਤੀ ਹੈ, ਮੈਨੂੰ ਉਹ ਵੀ ਲੱਗਦਾ ਕਿ ਕੋਈ ਇਹ ਸ਼ੋਭਾ ਵਾਲੀ ਜਿਹੜੀ ਗੱਲ ਨਹੀਂ। ਘੱਟੋ ਘੱਟ ਜਿਹੜੀ ਸੱਤਾਧਾਰੀ ਧਿਰ ਹੈ ਉਹਨੂੰ ਤਾਂ ਚਾਰੇ ਪੱਲੇ ਬੋਚ ਕੇ ਚੱਲਣਾ ਚਾਹੀਦਾ ਨਾ ਜੀ। ਹਾਂਜੀ, ਬਿਲਕੁਲ ਸਹੀ ਗੱਲ ਹੈ ਰੁਪਾਲ। ਇਸ ਮੁੱਦੇ ਤੇ ਫੇਰ ਆਵਾਂਗੇ। ਪੁਲਿਸ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਕਿਉਂਕਿ ਸਿੱਧੇ ਤੌਰ ਤੇ ਅਕਾਲੀ ਦਲ ਦਾ ਪ੍ਰਧਾਨ ਉਹਨਾਂ ਨੂੰ ਵੀ ਟਾਰਗੇਟ ਕੀਤਾ ਗਿਆ, ਪਰ ਰੁਪਾਲ ਉਹਨਾਂ ਦਾ ਕਹਿਣਾ ਹੈ ਕਿ ਸਿਆਸਤ ਦਾ ਕਿਸ ਕਦਰ ਨਿਗਾਰ ਮੁੱਦਿਆਂ ਦੀ ਥਾਂ ਤੇ ਜਿਹੜਾ ਜਾਤੀ ਟਾਰਗੇਟ ਕਰਨ ਦਾ ਇੱਕ ਰੁਝਾਨ ਹੈ, ਬਹੁਤ ਖਤਰਨਾਕ ਰੁਝਾਨ ਹੈ। ਹੁਣ ਇੱਕ ਦੂਜੇ ਦੇ ਗਲ 'ਚ ਹੱਥ ਪਾਉਣ ਦੀ ਕਸਰ ਬਾਕੀ ਰਹਿ ਗਈ ਹੈ, ਬਾਕੀ ਤਾਂ ਮੇਰਾ ਖਿਆਲ ਟਵੀਟ ਦੇ ਰਾਹੀਂ ਤਾਂ ਕੋਈ ਕਸਰ ਛੱਡੀ ਨਹੀਂ ਜਾ ਰਹੀ। ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਿਹੜਾ ਵਿਅਕਤੀ ਸਿਰ ਤੋਂ ਲੈ ਕੇ ਪੈਰ ਤੱਕ ਆਪ ਐਸੇ ਦਲਦਲ 'ਚ ਫਸਿਆ ਹੋਵੇ, ਉਹਨੂੰ ਦੂਸਰਿਆਂ ਉੱਤੇ ਚਿੱਕੜ ਸੁੱਟਣ ਲੱਗਿਆਂ 50 ਵਾਰੀ ਸੋਚ ਲੈਣਾ ਚਾਹੀਦਾ ਹੈ। ਔਰ ਅੱਜ ਜੋ ਚੱਲ ਰਿਹਾ ਸਿਆਸਤ ਚੱਲ ਰਹੀ ਹੈ, ਜਿਹੜੀ ਭਗਵੰਤ ਮਾਨ ਸਿਆਸਤ ਖੇਡ ਰਹੇ, ਇਹ ਇੱਕ ਬਹੁਤ ਸੋਚੀ ਸਮਝੀ ਡੂੰਘੀ ਸਾਜ਼ਿਸ਼ ਚੱਲ ਰਹੀ ਹੈ ਪੰਜਾਬ ਨਾਲ, ਪੰਜਾਬ ਦੇ ਲੋਕਾਂ ਦੇ ਨਾਲ। ਕਿਉਂਕਿ ਸਵਾਲ ਉੱਠਣਾ ਸ਼ੁਰੂ ਹੋਇਆ ਕਿ ਅਧਿਆਪਕਾਂ ਨੂੰ ਜਿਹੜੇ ਤੁਸੀਂ ਨਿਯੁਕਤੀ ਪੱਤਰ ਦਿੱਤੇ ਨੇ, ਉਹਦੇ ਵਿੱਚ ਨਾ ਤੇ ਉਹਨਾਂ ਦੀ ਕੋਈ ਰਿਟਾਇਰਮੈਂਟ ਦੀ ਪਾਲਿਸੀ ਹੈ, ਨਾ ਉਹਨਾਂ ਦਾ ਕੋਈ ਮੈਡੀਕਲ ਹੈ, ਨਾ ਕੋਈ ਉਹਨਾਂ ਦੀ ਗ੍ਰੈਜੂਟੀ ਹੈ, ਨਾ ਉਹਨਾਂ ਦੇ ਕੋਈ ਭੱਤੇ ਨੇ, ਨਾ ਤੁਸੀਂ ਉਹਦਾ ਕੋਈ ਦੱਸਿਆ ਕਿਹੜਾ ਗ੍ਰੇਡ ਦਿੱਤਾ ਜਾਊਗਾ। ਉੱਤੋਂ ਦੀ ਫਲੱਡ ਦੇ ਨਾਲ ਜਿਸ ਤਰੀਕੇ ਨਾਲ ਪੰਜਾਬ ਡੁੱਬਿਆ ਹੋਇਆ, ਉਹ ਵੀ ਸਵਾਲ ਉੱਠ ਰਹੇ ਨੇ ਵੀ ਤੁਸੀਂ 48 ਦੇ ਕਰੀਬ ਲੋਕ ਜਿਹੜੇ ਮਰ ਗਏ ਨੇ, ਉਹਨਾਂ ਵਾਸਤੇ ਕੋਈ ਐਲਾਨ ਨਹੀਂ ਕੀਤਾ। ਜਿਹੜੀਆਂ ਫਸਲਾਂ ਉੱਜੜ ਗਈਆਂ ਉਹਨਾਂ ਵਾਸਤੇ ਐਲਾਨ ਨਹੀਂ। ਤੁਸੀਂ ਮੁਰਗੀਆਂ ਦੀਆਂ ਬੱਕਰੀਆਂ ਦੀਆਂ ਗੱਲਾਂ ਕਰਦੇ ਹੋ। ਇਹ ਸਾਰੇ ਸਵਾਲਾਂ ਨੂੰ ਪਾਸੇ ਕਰਨ ਵਾਸਤੇ ਤੁਸੀਂ ਅਗਰ ਸੀਰੀਜ਼ ਦੇਖੋਗੇ ਤੇ ਹਰ ਰੋਜ਼ ਇੱਕ ਐਸਾ ਟੋਟਕਾ ਛੱਡਿਆ ਜਾਂਦਾ ਜਿਹਦੇ ਉੱਤੇ ਅਸੀਂ ਬੈਠ ਕੇ ਡਿਬੇਟ ਕਰ ਲਾਂਗੇ। ਬਿਲਕੁਲ। ਪੁਲਿਸ ਸਾਹਿਬ, ਇੱਕ ਮੈਂ ਥੋੜ੍ਹਾ ਜਿਹਾ ਤੁਸੀਂ ਆਪਣੀ ਗੱਲ ਉਹੀ ਰੱਖਿਓ, ਮੈਂ ਤੁਹਾਡੀ ਗੱਲ ਦੇ ਵਿੱਚ ਹੀ ਸਵਾਲ ਲੈਣਾ ਚਾਹੁੰਦਾ, ਸ਼ਾਇਦ ਦਰਸ਼ਕ ਵੀ ਜਾਣਨਾ ਚਾਹਣਗੇ ਇਸ ਗੱਲ ਨੂੰ ਕਿ ਠੀਕ ਹੈ ਭਗਵੰਤ ਮਾਨ ਨੇ ਟਵੀਟ ਕੀਤਾ, ਗਲਤ ਪਾਸੇ ਨੂੰ ਰੁਝਾਨ ਲਿਜਾਣ ਦੀ ਕੋਸ਼ਿਸ਼ ਕਰ ਰਿਹਾ, ਪਰ ਜਿਹੜੇ ਮੁੱਖ ਵਿਰੋਧੀ ਧਿਰ ਹੁਣ ਸੁਖਬੀਰ ਬਾਦਲ ਹੋਣੀ ਕਦਾਵਰ ਆਗੂ ਨੇ, ਕੀ ਲੱਗਦਾ ਫਿਰ ਉਹ ਵੀ ਭਗਵੰਤ ਮਾਨ ਦੀ ਉਹ ਚਾਲ ਦੇ ਵਿੱਚ ਨਹੀਂ ਆ ਗਏ? ਭਗਵੰਤ ਮਾਨ ਜੇ ਪਾਸੇ ਕਰਨਾ ਚਾਹੁੰਦਾ ਹੈ ਤਾਂ ਸੁਖਬੀਰ ਬਾਦਲ ਵੀ ਉਸੇ ਪਾਸੇ ਵੱਲ ਨੂੰ ਤੁਰ ਪਏ। ਮੈਂ ਉਸੇ ਗੱਲ ਨੂੰ ਕਿਹਾ ਹੈ ਕਿ ਇਹ ਇੱਕ ਮੱਕੜ ਜਾਲ ਬੁਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹਦੇ ਵਿੱਚ ਮੀਡੀਆ, ਜਿਹਦੇ ਵਿੱਚ ਲੋਕ, ਜਿਹਦੇ ਵਿੱਚ ਜਿਹੜੇ ਓਪੋਜੀਸ਼ਨ ਲੀਡਰ ਨੇ, ਉਹਨਾਂ ਨੂੰ ਫਸਾਉਣ ਦੀ ਜਿਹੜੀ ਗੱਲ ਹੈ, ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਵਿੱਚ ਪੰਜਾਬ ਨੂੰ ਗੁੰਮਰਾਹ ਕਰਕੇ ਪੰਜਾਬ ਨੂੰ ਐਸੀ ਜਗ੍ਹਾ ਤੇ ਧਕੇਲਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਇੱਥੇ ਤੁਸੀਂ ਸਰਕਾਰ ਨੂੰ ਸਵਾਲ ਨਾ ਕਰੋ ਵੀ ਉਹ ਪੰਜਾਬ ਦਾ ਪੈਸਾ ਕਿੱਥੇ ਉਜਾੜ ਰਹੇ ਨੇ, ਪੰਜਾਬ ਦੇ ਪੈਸੇ ਨਾਲ ਕਿੱਥੇ ਅਯਾਸ਼ੀਆਂ ਕਰ ਰਹੇ ਨੇ, ਪੰਜਾਬ ਦੇ ਪੈਸੇ ਨਾਲ ਕਿਸ ਤਰੀਕੇ ਨਾਲ ਆਪਣੇ ਜਿਹੜੇ ਸੁਪਰੀਮੋ ਉਹਨਾਂ ਨੂੰ ਰਜਾਇਆ ਜਾ ਰਿਹਾ, ਉਹਨਾਂ ਨੂੰ ਕਮਾਇਆ ਜਾ ਰਿਹਾ, ਜਾਂ ਪੰਜਾਬ ਦੀ ਜਿਹੜੀ ਪੁਲਿਸ ਹੈ ਕਿੱਥੇ ਕਿੱਥੇ ਲਾਈ ਜਾ ਰਹੀ ਹੈ, ਕਿਸ ਤਰੀਕੇ ਨਾਲ ਉਹਨੂੰ ਯੂਟਿਲਾਈਜ਼ ਕੀਤਾ ਜਾ ਰਿਹਾ। ਜਿਹੜਾ ਕਰਜ਼ਾ ਕਹਿੰਦੇ ਸੀ ਅਸੀਂ ਸਾਰਾ ਸਾਫ਼ ਕਰ ਦਾਂਗੇ, ਜਿਹੜਾ ਵਾਪਸ ਕਰ ਦਾਂਗੇ, ਅੱਜ ਪੰਜਾਬ ਦੇ ਉੱਤੇ 50-60 ਹਜ਼ਾਰ ਕਰੋੜ ਦਾ ਕਰਜ਼ਾ 1.5 ਸਾਲ ਚੜਾ ਦਿੱਤਾ ਗਿਆ। ਉਹਨਾਂ ਉੱਤੇ ਸਵਾਲ ਨਾ ਉੱਠਣ, ਉਹਨਾਂ ਸਵਾਲਾਂ ਨੂੰ ਪਾਸੇ ਕਰਨ ਵਾਸਤੇ ਇਹੋ ਜਿਹੇ ਜਿਹੜੇ ਨਿਚਲੀ ਸਤਰ ਦੀ ਰਾਜਨੀਤੀ ਹੈ ਜਾਂ ਇਹੋ ਜਿਹੇ ਜਿਹੜੇ ਘਟੀਆਪਣ ਜਿਹੜਾ ਹੈਗਾ ਉਹਨੂੰ ਉਜਾਗਰ ਕੀਤਾ ਜਾਂਦਾ। ਤੁਸੀਂ ਆ ਪਿਛਲੇ 4-5 ਦਿਨਾਂ 'ਚ ਹੀ ਲਾ ਲਓ, ਤੁਸੀਂ ਇੱਕ ਦਿਨ ਗਵਰਨਰ ਸਾਹਿਬ ਬਾਰੇ ਕਮੈਂਟ ਆਉਂਦੇ ਨੇ, ਦੂਜੇ ਦਿਨ ਜਾਖੜ ਸਾਹਿਬ ਬਾਰੇ ਕਮੈਂਟ ਆ ਜਾਂਦੇ ਨੇ, ਆਪਾਂ ਉਹ ਉਲਝ ਜਾਂਦੇ, ਉੱਤੇ ਡਿਬੇਟਾਂ ਚੱਲਦੀਆਂ ਨੇ। ਤੀਜੇ ਦਿਨ ਮਨਪ੍ਰੀਤ ਬਾਦਲ ਬਾਰੇ ਕਮੈਂਟ ਆ ਜਾਂਦੇ, ਕੱਲ ਉੱਚ ਸਾਰੇ ਉਲਝੇ ਰਹੇ, ਅੱਜ ਸੁਖਬੀਰ ਬਾਦਲ ਜੀ ਬਾਰੇ ਆ ਗਏ, ਕੱਲ ਨੂੰ ਕਿਸੇ ਹੋਰ ਬਾਰੇ ਆ ਜਾਣਗੇ। ਮਤਲਬ ਇਹ ਇਸ ਚੀਜ਼ ਨੂੰ ਲੈ ਕੇ ਸਿਰਫ ਮੀਡੀਆ ਨੂੰ ਜਾਂ ਲੋਕਾਂ ਨੂੰ ਉਸ ਚੀਜ਼ ਦੇ ਵਿੱਚ ਉਲਝਾ ਕੇ ਰੱਖਣਾ ਚਾਹੁੰਦੇ ਵੀ ਸਰਕਾਰ ਦੇ ਕੋਲੋਂ ਇਹ ਸਵਾਲ ਨਾ ਕੀਤੇ ਜਾਣ ਕਿ ਭਗਵੰਤ ਮਾਨ ਸਿਆ ਜਿਹੜਾ ਪੈਸਾ ਪੰਜਾਬ ਦਾ ਲੁੱਟ ਕੇ ਤੂੰ ਬਾਹਰ ਉਜਾੜ ਰਿਹਾ ਹੈ, ਜਿਹੜਾ ਪੈਸਾ ਪੰਜਾਬ ਦਾ ਲੁੱਟ ਕੇ ਬਾਹਰ ਐਡਵਰਟਾਈਜ਼ਮੈਂਟ ਉੱਤੇ ਲਾ ਰਿਹਾ ਹੈ, ਉਹ ਕਿਉਂ ਲਾ ਰਿਹਾ ਹੈ, ਉਹ ਪੈਸਾ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ। ਅੱਜ ਇੱਕ ਸਟੇਟਮੈਂਟ ਦੇ ਦਿੱਤੀ ਜਾਂਦੀ ਹੈ ਇੱਕ ਦਿਨ ਕਿ ਜੀ ਅਸੀਂ ਕੇਂਦਰ ਵੱਲੋਂ ਭੀਖ ਨਹੀਂ ਮੰਗਦੇ,
ਆਪਾਂ ਉੱਤੇ ਡਿਬੇਟ ਕਰਨ ਲੱਗ ਜਾਂਦੇ ਆ। ਤੇਰੇ ਮੰਤਰੀ ਪੈਸੇ ਮੰਗੀ ਜਾਂਦੇ ਨੇ ਹੱਥ ਜੋੜ ਜੋੜ ਕੇ ਕਿ ਪੈਸੇ ਦੇ ਦਿਓ ਸਾਨੂੰ, ਸਾਡਾ 1500 ਕਰੋੜ ਦਾ ਉਜਾੜਾ ਹੋ ਗਿਆ ਨਾ, ਕਿੰਨਾ ਦਾ ਉਜਾੜਾ ਹੋ ਗਿਆ, ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਅਸੀਂ ਪੈਸੇ ਨਹੀਂ ਮੰਗਦੇ। ਕੇਜਰੀਵਾਲ ਉੱਥੋਂ ਦੀ 5000 ਕਰੋੜ ਰੁਪਇਆ ਮੰਗੀ ਜਾਂਦਾ ਦਿੱਲੀ ਵਾਸਤੇ, ਲੇਕਿਨ ਭਗਵੰਤ ਮਾਨ ਨੂੰ ਪੈਸੇ ਨਹੀਂ ਚਾਹੀਦੇ। ਇਹ ਸਿਰਫ ਔਰ ਸਿਰਫ ਸਾਨੂੰ ਉਲਝਾਉਣ ਦੀਆਂ ਕੋਸ਼ਿਸ਼ਾਂ ਨੇ। ਮੈਨੂੰ ਇਹ ਲੱਗਦਾ ਹੈ ਸਿੱਧੂ ਸਾਹਿਬ ਕਿ ਭਗਵੰਤ ਮਾਨ ਨੂੰ ਐਜ਼ ਏ ਕਮੇਡੀਅਨ ਹੀ ਲੈਣਾ ਚਾਹੀਦਾ, ਸਾਨੂੰ ਇਹਦੀਆਂ ਗੱਲਾਂ ਨੂੰ ਸੀਰੀਅਸ ਲੈ ਕੇ ਡਿਬੇਟਸ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਉਹਨਾਂ ਮੁੱਦਿਆਂ ਡਿਬੇਟ ਕਰਨੀਆਂ ਚਾਹੀਦੀਆਂ ਜਿਹੜੀਆਂ ਪੰਜਾਬ ਨਾਲ ਸੰਬੰਧ ਰੱਖਦੇ ਹੋਣ। ਅੱਜ ਪੰਜਾਬ ਦੇ ਨੌਜਵਾਨੀ ਜਿਹੜੀ ਮਰ ਰਹੀ ਹੈ ਡਰੱਗਸ ਦੇ ਨਾਲ, ਓਵਰਡੋਜ਼ ਹੋ ਕੇ ਥਾਣਿਆਂ ਦੀਆਂ ਬਰੂਹਾਂ ਦੇ ਉੱਤੇ ਅੱਜ ਡਰੱਗਸ ਵਿਕ ਰਹੇ ਨੇ। ਜਿਹੜੀਆਂ ਵੀਡੀਓ ਚੱਲ ਰਹੀਆਂ ਉਹਦੀਆਂ ਅਗਰ ਦੇਖੋ ਤੁਸੀਂ, ਜਿਹਦੇ ਵਿੱਚ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਇਨਵੋਲਵਡ ਨੇ, ਕੋਈ ਗੁਰੇਜ਼ ਨਹੀਂ। ਔਰ ਸਾਰੀ ਆਮ ਆਦਮੀ ਪਾਰਟੀ ਦੇ ਵਰਕਰ ਤੋਂ ਲੈ ਕੇ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਔਰ ਮੁੱਖ ਮੰਤਰੀ ਤੱਕ ਜਿਹੜੀਆਂ ਹਿੱਸੇਦਾਰੀਆਂ ਪਹੁੰਚ ਰਹੀਆਂ ਨੇ, ਅੱਜ ਪੰਜਾਬ ਨੂੰ ਉਜਾੜਨ ਤੇ ਲੱਗੇ ਹੋਏ ਆ। ਸਾਨੂੰ ਡਿਬੇਟ ਅੱਜ ਉਹਨਾਂ ਚੀਜ਼ਾਂ ਦੀ ਕਰਨੀ ਚਾਹੀਦੀ ਹੈ। ਭਗਵੰਤ ਮਾਨ ਕੀ ਡਰਾਮੇ ਕਰਦਾ ਹੈ, ਕੀ ਨਹੀਂ ਕਰਦਾ, ਸਾਰੇ ਡਿਬੇਟ ਦਾ ਮੁੱਦਾ ਨਹੀਂ ਹੈ। ਥੈਂਕ ਯੂ ਵੈਰੀ ਮਚ ਗੁਰਸ਼ੇਸ਼ ਜੀ। ਇਸ ਮਾਮਲੇ ਤੇ ਜਿੱਦਾਂ ਭੁੱਲਰ ਸਾਹਿਬ ਕਹਿ ਰਹੇ ਕਿ ਇਹਨਾਂ ਮੁੱਦਿਆਂ ਤੇ ਡਿਬੇਟ ਨਹੀਂ ਹੋਣੀ ਚਾਹੀਦੀ, ਮੀਡੀਆ ਦੀ ਇੱਕ ਮਜਬੂਰੀ ਕਹਿ ਲਓ ਜਾਂ ਮੀਡੀਆ ਦਾ ਇੱਕ ਨਜ਼ਰੀਆ ਕਹਿ ਲਓ। ਜਦੋਂ ਸਾਡੀ ਜਿਹੜੀ ਟੌਪ ਦੀ ਲੀਡਰਸ਼ਿਪ ਹੈ, ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਡੇ ਸੂਬੇ ਦੇ ਹੈੱਡ ਹੈ, ਮੁਖੀ ਹੈ। ਜੇ ਆਪਾਂ ਗੱਲ ਕਰਦੇ ਹਾਂ ਸੁਖਬੀਰ ਬਾਦਲ ਹੋਣਾ ਦੀ, ਉਹ ਵੀ ਟੌਪ ਦੀ ਸੱਤਾ ਦੇ ਵਿੱਚ ਪੰਜਾਬ ਦੇ ਜੇ ਇੰਨਾ ਲੰਬਾ ਸਮਾਂ ਰਾਜ ਕੀਤਾ ਤਾਂ ਉਹ ਬਹੁਤ ਵੱਡੇ ਉਹਦੇ 'ਚ ਹਿੱਸੇਦਾਰ ਸੀ, ਜਾਂ ਰਾਜ ਭਾਗ ਨੂੰ ਚਲਾਉਣ ਵਾਲੇ ਸੁਖਬੀਰ ਬਾਦਲ। ਦੋਨਾਂ ਪਾਸਿਆਂ ਤੋਂ ਟਵੀਟ ਜਿਸ ਕਦਰ ਆਏ ਆ, ਚਾਹੇ ਇੱਕ ਨੇ ਪਹਿਲ ਕੀਤੀ ਜਾਂ ਦੂਜੇ ਨੇ ਗੱਲ ਕੀਤੀ। ਮਨਪ੍ਰੀਤ ਬਾਦਲ ਕਿਸ ਤਰ੍ਹਾਂ ਇਨਵੋਲਵ ਹੋਏ ਆ, ਹੁਣ ਮੀਡੀਆ ਨੋਟਸ ਨਹੀਂ ਲਏਗਾ ਤਾਂ ਕੀ ਕਰੇਗਾ। ਮੈਂ ਕੁਛ ਇਹ ਸਵਾਲ ਤੁਹਾਡੇ ਕੋਲੋਂ ਲੈਣ ਲੱਗਿਆ, ਕਿਤੇ ਲੱਗਦਾ ਪੰਜਾਬੀ ਜਿਹਨੂੰ ਕਹਿੰਦੇ ਵੀ ਕੀ ਇਹ ਤਾਂ ਨਹੀਂ ਕਿਤੇ ਸਾਡੇ ਜਿਹੜੇ ਪੋਲੀਟੀਸ਼ੀਅਨ ਹੈ ਉਹਨਾਂ ਦੀ ਝੋਲੀ 'ਚੋਂ ਦਾਣੇ ਮੁੱਕ ਗਏ ਆ ਤੇ ਫਿਰ ਇਸ ਕਰਕੇ ਖੇਡਾਂ ਇਹੋ ਜਿਹੀਆਂ ਖੇਡਣ ਲੱਗ ਗਏ ਆ। ਗੋਸ਼ਾ ਜੀ ਬਿਲਕੁਲ ਸਿੱਧੂ ਸਾਹਿਬ, ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦਰਜ ਹੈ 565 ਅੰਗ ਤੇ, ਮੰਦਾ ਆਖ ਝਗੜਾ ਪਾਵਣਾ, ਵੀ ਬਗੈਰ ਗੱਲ ਤੋਂ ਝਗੜਾ ਪਾਣਾ ਨਹੀਂ ਚਾਹੀਦਾ, ਕਿਸੇ ਨੂੰ ਮੰਦਾ ਨਹੀਂ ਬੋਲਣਾ ਚਾਹੀਦਾ। ਪਰ ਅੱਜ ਕੱਲ ਦੀ ਲੀਡਰੀ ਦਾ ਨਿਗਾਰ ਇੰਨਾ ਜ਼ਬਰਦਸਤ ਆ ਗਿਆ। ਕਹਿੰਦੇ ਇੱਕ ਨਾ ਗਲੀਆਂ ਦੇ ਵਿੱਚ ਤੁਹਾਨੂੰ ਪਤਾ ਹੋਣਾ ਸਿੱਧੂ ਸਾਹਿਬ, ਮਸਕਰੇ ਬੈਠੇ ਹੁੰਦੇ, ਕਿਸੇ ਵੇਲੇ ਬਾਜ਼ਾਰਾਂ 'ਚ ਮਸਕਰੇ ਹੁੰਦੇ ਆ, ਮੁਸਟੰਡੇ ਹੁੰਦੇ ਆ, ਰਾਹ ਜਾਂਦੀ ਕੋਈ ਧੀ ਭੈਣ ਨੂੰ ਨਹੀਂ ਛੱਡਦੇ, ਕਿਸੇ ਬਜ਼ੁਰਗ ਨੂੰ ਨਹੀਂ ਛੱਡਦੇ, ਕਿਸੇ ਬੱਚੇ ਨੂੰ ਨਹੀਂ ਛੱਡਦੇ। ਉਹ ਲੋਕ ਅੱਜ ਲੀਡਰੀ ਦੇ ਵਿੱਚ ਆ ਚੁੱਕੇ ਆ। ਗਲਤੀ ਨਾਲ ਉਹਨਾਂ ਦੇ ਐਮਐਲਏ ਜਿੱਤ ਗਏ, ਸਰਕਾਰ ਬਣ ਗਈ, ਪਰ ਉਹਨਾਂ ਦਾ ਸੁਭਾਅ ਚੇਂਜ ਨਹੀਂ ਹੁੰਦਾ, ਕਿਉਂਕਿ ਮਸਟੰਡੇ ਹੁੰਦੇ ਆ, ਉਹਨਾਂ ਦੀ ਪਰਵਰਿਸ਼ ਏਦਾਂ ਦੀ ਹੋਈ ਹੁੰਦੀ ਹੈ। ਤੇ ਉਹੀ ਅੱਜ ਚੱਲ ਰਹੀ ਹੈ। ਤੁਸੀਂ ਦੇਖੋ ਵੀ ਅੱਜ ਪੰਜਾਬ ਦੇ ਵਿੱਚ ਮੁੱਦੇ ਕੀ ਹੈ। ਡਿਬੇਟ ਹੋਣਾ ਜ਼ਰੂਰੀ ਹੈ, ਕਿਉਂਕਿ ਡਿਬੇਟ ਦੇ ਵਿੱਚ ਸੱਚ ਤੇ ਝੂਠ ਦਾ ਆਈਨਾ ਦਿਖਦਾ, ਪਤਾ ਲੱਗਦਾ ਵੀ ਕੌਣ ਗਲਤ ਹੈ ਕੌਣ ਸਹੀ ਹੈ। ਉਹ ਲੈ ਵੀ ਲੋਕ ਮਰ ਰਹੇ ਹੜ੍ਹਾਂ ਤੋਂ, ਲੋਕ ਮਰ ਰਹੇ ਆ ਨਸ਼ਿਆਂ ਤੋਂ, ਪੰਜਾਬ ਦੇ ਲੋਕ ਮਰ ਰਹੇ ਬੇਰੋਜ਼ਗਾਰੀ ਤੋਂ, ਲੋਕ ਪੰਜਾਬ ਛੱਡ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਰਹੇ ਆ, ਉੱਥੇ ਕਾਮਯਾਬ ਹੋ ਰਹੇ ਆ। ਇੱਥੇ ਅੱਗੇ ਮੈਂ ਬਾਰ-ਬਾਰ ਇੱਕ ਸਿੱਧੂ ਸਾਹਿਬ ਗੱਲ ਕਰਦਾ, ਅੱਗੇ ਇਕੱਲੇ ਕਿਸਾਨਾਂ ਦੇ ਪੁੱਤ ਜਾ ਰਹੇ ਸੀ ਕਿੱਲੇ ਵੇਚ ਕੇ, ਹੁਣ ਸ਼ਹਿਰ ਦੇ ਲੋਕ ਵੀ ਆਪਣੀਆਂ ਜ਼ਮੀਨਾਂ ਵੇਚ ਕੇ, ਆਪਣੀ ਜਾਇਦਾਦਾਂ ਵੇਚ ਕੇ, ਆਪਣੀਆਂ ਫੈਕਟਰੀਆਂ ਵੇਚ ਕੇ, ਆਪਣੀਆਂ ਦੁਕਾਨਾਂ ਵੇਚ ਕੇ ਬਾਹਰ ਜਾ ਰਹੇ। ਇਹਦਾ ਕਾਰਨ ਕੀ ਹੈ? ਕਾਰਨ ਸੀਗਾ ਲੋਕਾਂ ਦੀ ਦਰਦ ਸੀਗੀ। ਭਗਵੰਤ ਮਾਨ ਜੀ ਜਦੋਂ ਪੰਜਾਬ ਦੇ ਵਿੱਚ ਇਹਨਾਂ ਨੇ ਐਂਟਰੀ ਕੀਤੀ, ਇਹਨਾਂ ਨੇ ਲੋਕਾਂ ਦੇ ਦਰਦ ਦੇ ਉੱਤੇ ਵਾਰ ਕੀਤਾ, ਦਰਦ ਦੇ ਉੱਤੇ ਨਮਕ ਛਿੜਕਿਆ, ਲੋਕਾਂ ਦੇ ਦਰਦ ਉੱਠ ਪਏ ਤੇ ਲੋਕਾਂ ਨੇ ਲੱਗਿਆ ਵੀ ਸ਼ਾਇਦ ਇਹ ਸਾਡੇ ਕੰਮ ਕਰੂਗਾ। ਔਰ ਮੈਂ ਸਮਝਦਾ ਜਿਹੜੀ ਤਰ੍ਹਾਂ ਦੀ ਉਹਨਾਂ ਦੀ ਬਿਆਨਬਾਜ਼ੀ ਹੈ, ਕਦੀ ਕਿਸੇ ਤੇ ਬਿਆਨਬਾਜ਼ੀ ਕਰਨਾ, ਕਦੀ ਕਹਿੰਦਾ ਦਾੜੀ ਬੰਨ ਲਈ, ਦਾੜੀ ਖੋਲ ਲਈ, ਕਦੀ ਕਿਸੇ ਦੇ ਖਿਲਾਫ ਬੋਲਣਾ ਚਾਹੋ, ਅੱਗੋਂ ਵੀ ਜਵਾਬ ਬਰਾਬਰ ਆਉਂਦਾ, ਜਵਾਬ ਅੱਗੋਂ ਵੀ ਘੱਟ ਨਹੀਂ ਆਉਂਦਾ। ਪਰ ਆਪਾਂ ਸ਼ੁਰੂ ਕਰਦੇ ਹੀ ਕਿਉਂ ਹੈ? ਆਪਾਂ ਨੂੰ ਸ਼ੁਰੂ ਕਰਨ ਦੀ ਕੀ ਲੋੜ ਕੀ? ਆਪਾਂ ਪੰਜਾਬ ਦੇ ਮੁੱਦੇ ਤੇ ਰਾਜਨੀਤੀ ਕਿਉਂ ਨਹੀਂ ਕਰਦੇ? ਪੰਜਾਬ ਦੇ ਮੁੱਦੇ ਕਰਨੇ ਕੀ ਚਾਹੀਦੇ ਆ? ਜੀ ਗੁੱਸੇ ਇੱਕ ਸਵਾਲ, ਜਿੱਦਾਂ ਤੁਸੀਂ ਕਿਹਾ ਕਿ ਪੋਲੀਟੀਕਲ ਪਾਰਟੀਆਂ 'ਚ ਮਸਟੰਡੇ ਆ ਗਏ, ਇੱਦਾਂ ਦੇ ਲੋਕ ਆ ਗਏ ਲੁੱਟਮਾਰ ਕਰਨ ਵਾਲੇ, ਮਾਰ ਤਾੜ ਕਰਨ ਵਾਲੇ। ਹੁਣ ਜਿੱਦਾਂ ਪੰਜਾਬੀ 'ਚ ਕਹਿੰਦੇ ਕਿ ਇਸ ਹਵਾਮ 'ਚ ਸਾਰੇ ਨੰਗੇ ਆ। ਦੇਖੋ ਸਾਡਾ ਅੱਜ ਦਾ ਚਾਹੇ ਵਿਸ਼ਾ ਨਹੀਂ ਹੈ, ਹੁਣ ਆਪਣੇ ਗੁਆਂਢ 'ਚ ਹਰਿਆਣਾ, ਉੱਥੇ ਨੂੰਹ ਦੇ ਵਿੱਚ ਕੀ ਹੋਇਆ, ਉੱਥੇ ਮਨੀਪੁਰ ਦੇ ਵਿੱਚ ਕੀ ਹੋਇਆ। ਆਖਰ ਕਿਤੇ ਨਾ ਕਿਤੇ ਮੈਂ ਕਿਸੇ ਇੱਕ ਪਾਰਟੀ ਨੂੰ ਦੋਸ਼ੀ ਨਹੀਂ ਠਹਿਰਾਉਂਦਾ। ਇਹਦਾ ਮਤਲਬ ਕਿ ਸਾਰੀਆਂ ਧਿਰਾਂ ਦੇ 'ਚ ਕਿਤੇ ਨਾ ਕਿਤੇ ਇਹੋ ਜਿਹੇ ਲੋਕ ਆ ਗਏ ਹੈ ਜਿਹੜੇ ਅੱਗ ਨਾਲ ਖੇਡਣਾ ਜਾਣਦੇ ਜਾਂ ਅੱਗ ਨਾਲ ਖੇਡਦੇ ਆ। ਇਹੀ ਸਾਡੀ ਦੇਸ਼ ਦੀ ਜਾਂ ਸਾਡੇ ਸੂਬੇ ਦੀ ਪੋਲੀਟੀਕਲ ਲੀਡਰਸ਼ਿਪ ਦੀ ਚੱਲ ਕੇ ਕਿ ਮੁੱਦਿਆਂ ਦੀ ਥਾਂ ਇਹੋ ਜਿਹੀ ਚਿੰਗਾਰੀ ਛੱਡੋ ਕਿ ਲੋਕਾਂ ਦਾ ਧਿਆਨ ਹੀ ਮੁੱਦਿਆਂ ਤੋਂ ਪਾਸੇ ਚਲਾ ਜਾਵੇ। ਇਹ ਵੀ ਇੱਕ ਵੱਡਾ ਜਿਹੜਾ ਹੈਗਾ ਬਹੁਤ ਵੱਡਾ ਸਵਾਲ ਹੈ ਇਸ ਵੇਲੇ ਸਾਡੀ ਪੋਲੀਟੀਕਲ ਜਿਹੜੀ ਲੀਡਰਸ਼ਿਪ ਆ ਉਹਦੇ ਬਾਰੇ ਉੱਠ ਰਿਹਾ ਹੈ। ਸਿੱਧੂ ਸਾਹਿਬ ਦੇਖੋ, ਆਪਾਂ ਅੱਜ ਨੌਜਵਾਨਾਂ ਨੂੰ ਦੇ ਕੇ ਕੀ ਜਾ ਰਹੇ ਹਾਂ? ਅਗਲੇ ਨੌਜਵਾਨ ਨੂੰ ਕੀ ਸਿਖਾ ਕੇ ਜਾ ਰਹੇ? ਇਹੀ ਸਿਖਾ ਕੇ ਜਾ ਰਹੇ ਕਿ ਮੁੱਦੇ ਉਖਾੜੋ, ਮੁੱਦਿਆਂ ਤੇ ਰਾਜਨੀਤੀ ਕਰੋ ਤੇ ਫਰੰਟ ਤੇ ਆ ਜਾਓ। ਇਹ ਪਰ ਜਾਇਜ਼ ਗੱਲ ਤਾਂ ਨਹੀਂ ਹੈਗੀ। ਏਦਾਂ ਆਪਣਾ ਸੂਬਾ ਤਰੱਕੀ ਕਿੱਦਾਂ ਕਰੂਗਾ? ਪੰਜਾਬ ਜਿਹੜਾ ਇੱਕ ਨੰਬਰ ਦਾ ਸੂਬਾ ਸੀ, ਅੱਜ ਜੇ 17ਵੇਂ ਨੰਬਰ ਤੇ ਗਿਆ, ਤੇ ਪਿਛਲੀਆਂ ਪਾਰਟੀਆਂ ਦੀ ਵੀ ਗਲਤੀ ਹੈ। ਅਗਲੀ ਪਾਰਟੀ ਆ ਕੇ ਨੇ ਸੁਧਾਰ ਲੈਂਦੀ। ਪਰ ਇਹਦਾ ਮਤਲਬ ਜੇ ਉਹ ਗਲਤ ਸੀ, ਇਹਦਾ ਮਤਲਬ ਇਹ ਆਪਾਂ ਜਸਟੀਫਾਈ ਤਾਂ ਨਹੀਂ ਕਰਦਾ ਸਿੱਧੂ ਸਾਹਿਬ ਵੀ ਪਹਿਲਿਆਂ ਨੇ ਗਲਤੀ ਕੀਤੀ ਤੇ ਅਸੀਂ ਵੀ ਗਲਤੀ ਕਰਾਂਗੇ। ਤੇ ਲੋਕਾਂ ਨੇ ਤੁਹਾਨੂੰ ਮੰਡੇਟ ਕਿਸ ਕਰਕੇ ਦਿੱਤਾ? ਲੋਕਾਂ ਨੇ ਬਦਲਾਵ ਕਰਕੇ ਲਿਆਂਦਾ ਸੀ, ਬਦਲਾ ਲੈਣ ਕਰਕੇ ਨਹੀਂ ਗਿਆ ਸੀ। ਤੁਸੀਂ ਕਿਸੇ ਦੀ ਵੀਡੀਓ ਫੋਟੋ ਵਾਇਰਲ ਕਰੋ ਵੀ ਹੋਲੀ ਖੇਡ ਰਿਹਾ ਸੀ,
ਤੁਸੀਂ ਕਦੀ ਜਾਖੜ ਸਾਹਿਬ ਦੇ ਕਮੈਂਟ ਕਰੋ, ਕਦੀ ਮਨਪ੍ਰੀਤ ਬਾਦਲ ਸਾਹਿਬ ਦੇ ਕਮੈਂਟ ਕਰੋ, ਕਦੀ ਖਹਿਰਾ ਸਾਹਿਬ ਦੇ ਕਮੈਂਟ ਕਰੋ, ਕਦੀ ਵਿਕਰਮ ਸਿੰਘ ਮਜੀਠੀਆ ਸਾਹਿਬ ਦੇ ਕਰੋ। ਇਹ ਤੁਹਾਡੀ ਰਾਜਨੀਤੀ ਹੈ। ਤੁਹਾਡੀ ਰਾਜਨੀਤੀ ਇਹ ਹੋਣੀ ਚਾਹੀਦੀ ਹੈ, ਜੋ ਕੰਮ ਕਹਿ ਕੇ ਆਏ ਸੀ ਵੀ ਪੰਜਾਬ ਦੇ ਲੋਕਾਂ ਨੂੰ ਅਸੀਂ ਬੇਰੋਜ਼ਗਾਰੀ ਚੋਂ ਕੱਢਾਂਗੇ, ਪੰਜਾਬ ਦੇ ਲੋਕਾਂ ਨੂੰ ਅਸੀਂ ਨਸ਼ੇ ਚੋਂ ਕੱਢਾਂਗੇ, ਪੰਜਾਬ ਦੇ ਲੋਕਾਂ ਨੂੰ ਅਸੀਂ ਉਹ ਅੰਗਰੇਜ਼ ਕੰਮ ਕਰਾਉਣਗੇ ਪੰਜਾਬ ਦੇ ਵਿੱਚ, ਅਸੀਂ ਇਹ ਗੱਲਾਂ ਕੀਤੀਆਂ ਸੀਗੀਆਂ। ਅੱਜ ਦੇਖੋ ਬੁੱਧੀਜੀਵੀ ਵਰਗ ਅੱਜ ਬੈਠੇ ਆ, ਬੁੱਧੀਜੀਵੀ ਵਰਗ ਵੱਡੇ ਵੱਡੇ ਪੱਤਰਕਾਰ ਬੈਠੇ ਆ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ, ਅੱਜ ਭਗਵੰਤ ਦੇਖੋ ਪਿਛਲੀਆਂ ਸਰਕਾਰਾਂ ਨੇ ਗਲਤੀ ਕੀਤੀ, ਚਲੀ ਗਈਆਂ ਸਰਕਾਰਾਂ, ਨਵੀਂ ਸਰਕਾਰ ਆਈ ਹੈ, ਨਵੀਂ ਸਰਕਾਰ ਨੂੰ 1.5 ਸਾਲ ਤੋਂ ਪਲੱਸ ਹੋ ਗਿਆ ਟਾਈਮ। ਇਹਨਾਂ ਤੋਂ ਆਪਾਂ ਜਵਾਬ ਮੰਗੀਏ ਵੀ ਤੁਸੀਂ ਆਹ ਗੱਲਾਂ ਕੀਤੀਆਂ ਸੀ 3 ਮਹੀਨੇ 'ਚ ਨਸ਼ਾ ਖਤਮ ਕਰ ਦਾਂਗੇ, ਤੁਸੀਂ ਕਿਹਾ ਸੀਗਾ ਵੀ ਅਸੀਂ ਰੋਜ਼ਗਾਰ ਦੇਵਾਂਗੇ, ਤੁਸੀਂ ਕਿਹਾ ਸੀਗਾ ਅਸੀਂ ਇੱਥੇ ਅੰਗਰੇਜ਼ ਕੰਮ ਕਰਨ ਆਣਗੇ। ਇਹਨਾਂ ਦੇ ਉੱਤੇ ਵਰਕ ਕਰੀਏ। ਜੇ ਤੁਹਾਡੇ ਕੋਲ ਕੰਮ ਨਹੀਂ ਹੋ ਰਿਹਾ, ਸਿੱਧੂ ਸਾਹਿਬ ਲਾਸਟ ਗੱਲ, ਜੇ ਮੰਨ ਲਓ ਸਰਕਾਰ ਨੂੰ ਲੱਗਦਾ ਕਿ ਅਸੀਂ ਉਸ ਕੰਮ ਤੇ ਠੀਕ ਨਹੀਂ ਉਤਰ ਰਹੇ, ਜਿੱਦਾਂ MSP ਦੀ ਗੱਲ ਕੀਤੀ ਸੀ, ਤੇ ਤੁਸੀਂ ਸਿਆਣੇ ਬੰਦੇ ਤੋਂ ਸਲਾਹ ਲੈ ਲਓ ਵੀ ਇਹਨੂੰ ਪੰਜਾਬ ਨੂੰ ਗੰਦ ਚੋਂ ਕੱਢਣਾ ਕਿੱਦਾਂ ਤੇ ਪੰਜਾਬ ਨੂੰ ਚੜ੍ਹਦੀ ਕਲਾ ਤੇ ਕਿੱਦਾਂ ਲੈ ਕੇ ਜਾਣਾ, ਜਿਹੜਾ ਗੁਰੂਆਂ ਦਾ ਪੰਜਾਬ ਸੀ। ਥੈਂਕ ਯੂ ਵੈਰੀ ਮਚ। ਅਮਰਿਤ ਗਿੱਲ, ਇਸ ਮਾਮਲੇ ਤੇ ਤੁਸੀਂ ਕਿਵੇਂ ਦੇਖਦੇ ਹੋ? ਪੰਜਾਬ ਦੀ ਜੋ ਸਥਿਤੀ ਹੈ, ਸੰਕਟ ਦੀ ਗੱਲ ਹੈ ਕਿ ਪੋਲੀਟੀਕਲ ਲੀਡਰਸ਼ਿਪ ਦਾ ਰੁਝਾਨ ਹੀ ਇਹ ਹੋ ਗਿਆ ਕਿ ਅਜਿਹੀਆਂ ਗੱਲਾਂ ਕਰੋ ਕਿ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਹੀ ਭਟਕਾਇਆ ਜਾਵੇ, ਜਿੱਦਾਂ ਭੁੱਲਰ ਸਾਹਿਬ ਕਹਿ ਰਿਹਾ ਕਿ ਮੀਡੀਆ ਵੀ ਇੱਦਾਂ ਕਰ ਰਿਹਾ, ਕਿਉਂਕਿ ਇਹ ਵੀ ਇੱਕ ਇਹੀ ਇਸ਼ੂ ਬਣ ਜਾਂਦਾ ਹੈ ਕਿ ਜੋ ਲੀਡਰਸ਼ਿਪ ਲੈ ਕੇ ਆਉਂਦੀ ਹੈ ਉਸ ਇਸ਼ੂ ਨੂੰ ਫਿਰ ਮੀਡੀਆ ਵੀ ਨੋਟਿਸ ਲੈਂਦਾ ਹੈ। ਕੀ ਲੱਗਦਾ ਹੈ ਕਿ ਧਿਆਨ ਭਟਕਾਉਣ ਲਈ ਇਹੋ ਜਿਹੀ ਬਿਆਨਬਾਜ਼ੀ, ਇਹੋ ਜਿਹੀ ਸ਼ੋਸ਼ੇਬਾਜ਼ੀ ਜਾਂ ਇੱਕ ਦੂਜੇ ਦੇ ਚਰਿੱਤਰ ਦੇ ਉੱਤੇ ਇੱਦਾਂ ਦੇ ਐਲੀਗੇਸ਼ਨ? ਸਿੱਧੂ ਸਾਹਿਬ, ਨਿੱਘਰ ਦੀ ਸਿਆਸਤ ਦਾ ਇੱਕ ਬੇਮਿਸਾਲ ਨਮੂਨਾ ਕਹੀਏ ਅੱਜ ਦੇ ਜਿਹੜੇ ਟਵੀਟ ਹੋਏ ਨੇ, ਆ ਵੇਖ ਕੇ ਮੈਨੂੰ ਅੰਤਾਂ ਦਾ ਦੁੱਖ ਲੱਗਿਆ ਵੀ ਕਿੰਨੇ ਨਿੱਘਰ ਗਈ ਹੈ ਸਿਆਸਤ ਤੇ ਕੀ ਕੁਝ ਹੋ ਰਿਹਾ ਹੈ, ਵੀ ਇਸ ਤੋਂ ਥੱਲੇ ਆਪਾਂ ਨੂੰ ਹੋਰ ਕੀ ਦੇਖਣਾ ਪਏਗਾ। ਗੱਲ ਕਰਦੇ ਆ 2 ਮੁੱਦਿਆਂ ਤੇ ਗੱਲ ਕਰੂੰਗੀ ਵੀ ਚੱਲ ਕੀ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਬਹੁਤ ਜ਼ਿਆਦਾ ਸ਼ਾਤਿਰ ਨੇ, ਇੰਨੇ ਸ਼ਾਤਿਰ ਨੇ ਕਿ ਪੰਜਾਬ ਜਦੋਂ ਆਪਾਂ ਸਵਾਲ ਪੰਜਾਬ ਨੇ ਉਹਨਾਂ ਦੇ ਉੱਤੇ ਆਏ ਹੈ ਤਾਂ ਉਹਨਾਂ ਨੇ ਡਾਇਵਰਸ਼ਨ ਕੀਤੀ ਹੈ। ਕਿਵੇਂ ਕੀਤੀ ਹੈ, ਪੁਆਇੰਟ ਵਾਈਜ਼ ਦੱਸਦੀਆਂ। ਕਦੇ ਤਾਂ ਉਹ ਚੰਨੀ ਜੀ ਦਾ ਮੁੱਦਾ ਲਿਆਉਂਦੇ ਨੇ, FIR ਹੋਈ ਨਹੀਂ ਹਜੇ ਤੱਕ ਉਸ ਸਪੋਰਟਸ ਵਾਲੇ ਮੁੰਡੇ ਦਾ, ਕਦੇ ਸਿੱਧੂ ਜੀ ਤੇ ਟਿੱਪਣੀ, ਔਰ ਹੁਣ ਲੇਟੈਸਟ ਮਨਪ੍ਰੀਤ ਬਾਦਲ ਦਾ ਕੰਟਰੋਵਰਸੀ ਚੱਲ ਰਹੀ ਹੈ ਜਿਹਦੇ ਤੇ ਸਾਰੇ ਕਿਤੇ ਕੈਪਚਰ ਮੀਡੀਆ ਮਨਪ੍ਰੀਤ ਬਾਦਲ ਹੈ। ਔਰ ਅੱਜ ਭਗਵੰਤ ਮਾਨ ਸੁਖਬੀਰ ਬਾਦਲ ਤੇ ਕਮੈਂਟ ਕਰਦੇ ਨੇ, ਔਰ ਤੁਸੀਂ ਸੋਚਣ ਦੀ ਕੋਸ਼ਿਸ਼ ਕਰੋ ਵੀ ਭਗਵੰਤ ਮਾਨ ਵਰਸਸ ਦੇਸ ਸਿਆਸਤ ਦੇ ਵਿੱਚ ਪਿਛਲੇ ਮਹੀਨੇ ਤੋਂ ਜਦੋਂ ਤੋਂ ਆਪਾਂ ਹੜ੍ਹਾਂ 'ਚ ਡੁੱਬੇ ਆ, ਜਦੋਂ ਤੋਂ ਹੜ੍ਹਾਂ ਤੇ ਗੱਲ ਕਰਨੀ ਹੈ, ਇਹਨਾਂ ਦੀ ਮਿਸਮੈਨੇਜਮੈਂਟ ਹੈ ਤੇ ਭਗਵੰਤ ਮਾਨ 1 by 1 ਆਪੋਜੀਸ਼ਨ ਲੀਡਰਸ ਨੂੰ ਪਿਕ ਕਰ ਰਹੇ ਨੇ ਵੀ ਲੋਕਾਂ ਦਾ ਧਿਆਨ ਭਟਕਾਇਆ ਜਾਵੇ। ਕਾਰਨ ਕਿਉਂਕਿ ਹੜ੍ਹਾਂ ਦੇ ਵਿੱਚ ਇਹ ਫੇਲ ਰਹੇ ਨੇ, ਬੰਨ ਟੁੱਟੇ ਨੇ, ਸੜਕਾਂ ਟੁੱਟ ਗਈਆਂ, 48 ਲੋਕ ਮਰ ਗਏ, ਮੁਆਵਜ਼ੇ ਬਾਰੇ ਹਜੇ ਕੋਈ ਗੱਲ ਨਹੀਂ। ਗਰਦੌਰੀ ਕਹਿੰਦੇ ਸੀ ਗਰਦੌਰੀਆਂ ਤੋਂ ਪਹਿਲਾਂ ਹੀ ਮੁਆਵਜ਼ਾ ਮਿਲੂਗਾ, ਉਹਦੇ ਬਾਰੇ ਕੋਈ ਗੱਲ ਨਹੀਂ, ਹਜੇ ਤੱਕ ਕਣਕ ਦਾ ਮੁਆਵਜ਼ਾ ਨਹੀਂ ਮਿਲਿਆ, ਨਰਮੇ ਵਾਲਾ ਮੁਆਵਜ਼ਾ ਮਿਲਿਆ ਨਹੀਂ। ਔਰ ਇਸ ਦੇ ਉੱਤੇ ਇੱਕ ਵੀ ਝੋਨਾ ਲਾ ਲਓ, ਅਸੀਂ ਤੁਹਾਨੂੰ ਪਨੀਰ ਹੀ ਦਿੰਦੇ ਹਾਂ, ਲੋਕਾਂ ਨੂੰ ਹੋਰ ਵਰਗਲਾ ਕੇ ਰੋਂਗ ਪਾਥਵੇ ਦਿਖਾਣਾ। ਔਰ ਕਰ ਕੀ ਰਹੇ ਨੇ ਸਾਰੇ। ਅਮਰਿਤ ਗਿੱਲ, ਇੱਕ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ। ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਭਗਵੰਤ ਮਾਨ ਧਿਆਨ ਭਟਕਾਉਣਾ ਚਾਹੁੰਦਾ, ਬਿਲਕੁਲ ਆਪਣੀ ਜਗ੍ਹਾ ਤੇ ਤੁਸੀਂ ਸਹੀ ਕਹਿ ਰਹੇ ਹੋਵੋਗੇ, ਪਰ ਇੱਕ ਮੁੱਖ ਵਿਰੋਧੀ ਧਿਰ ਦੇ ਤੌਰ ਤੇ ਕਾਂਗਰਸ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੈ। ਜੇ ਆਪਾਂ ਟਵੀਟੀ ਹੋਣ ਦੀ ਗੱਲ ਕਰਦੇ ਹਾਂ ਕਿ ਭਗਵੰਤ ਮਾਨ ਨੇ ਇੱਦਾਂ ਕਿਹਾ, ਸੁਖਬੀਰ ਬਾਦਲ ਨੇ ਇੱਦਾਂ ਕਿਹਾ, ਮੇਰਾ ਸਵਾਲ ਦੇਖੋ ਇਹ ਹੈ ਅਮਰਿਤ ਗਿੱਲ ਕਿ ਵੀ ਜੇ ਭਗਵੰਤ ਮਾਨ ਧਿਆਨ ਭਟਕਾਉਣਾ ਚਾਹੁੰਦਾ ਹੈ, ਜਿਹਦੇ ਮੁੱਦਿਆਂ ਦੀ ਜਿਹਨਾਂ ਮੁੱਦਿਆਂ ਨੂੰ ਤੁਸੀਂ ਗਿਣਾ ਰਹੇ ਹੋ ਕਿ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਵਿਰੋਧੀ ਧਿਰਾਂ ਉਹਨਾਂ ਵੱਲੋਂ ਕੋਈ ਆਪਣੀ ਤਾਕਤ ਨਾਲ ਜਿਹੜਾ ਹੈਗਾ ਘੇਰਨ ਦੀ ਕੋਸ਼ਿਸ਼ ਕੀਤੀ ਜਾਏ, ਉਹਦਾ ਜਵਾਬ ਵੀ ਟਵੀਟਾਂ ਦੇ ਰਾਹੀਂ ਦਿੱਤਾ ਜਾ ਰਿਹਾ। ਸਥਿਤੀ ਕੁਝ ਇਸ ਤਰ੍ਹਾਂ ਦੀ ਹੋ ਗਈ ਅਮਰਿਤ ਗਿੱਲ ਕਿ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਮੇਰੇ ਜਵਾਬ ਦਾ ਜਵਾਬ ਟਵੀਟ ਰਾਹੀਂ ਦਿੱਤਾ ਜਾਏਗਾ। ਟਵੀਟ ਨੂੰ ਹੁਣ ਉਹ ਕੀ ਜਾਣਦੇ ਆ, ਜਿਹੜੀ ਵਿਰੋਧੀ ਧਿਰ ਆ ਉਹਦੀ ਸ਼ਕਤੀ ਦਾ ਪ੍ਰਗਟਾਵਾ ਵੀ ਤਾਂ ਕਿਤੇ ਹੁੰਦਾ ਨਜ਼ਰ ਆਵੇ ਨਾ ਇਹਨਾਂ ਮੁੱਦਿਆਂ ਦੀ, ਜਿਹਨਾਂ ਮੁੱਦਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਅਮਰਿਤ ਗਿੱਲ। ਮਿਸਯੂਜ਼ ਆਫ ਪਾਵਰ ਜਿਹੜੀ ਹੈ, ਆਪਾਂ ਮੀਡੀਆ ਦੇ ਰਾਹੀਂ ਆਪਾਂ ਅੱਜ ਗੱਲ ਕਰ ਰਹੇ ਹਾਂ, ਪਰ ਮੀਡੀਆ ਨੂੰ
ਸਨੱਬ ਜਿਸ ਲੈਵਲ ਤੇ ਆਮ ਆਦਮੀ ਪਾਰਟੀ ਕਰ ਰਹੀ ਹੈ, ਜਿਸ ਤਰੀਕੇ ਦੀ ਪੇजेस ਖਤਮ ਕੀਤੇ ਜਾ ਰਹੇ ਨੇ, ਉਹ ਆਪਾਂ ਸਾਰੇ ਭਲੀ ਭਾਂਤੀ ਵਾਕਿਫ ਆ। ਔਰ ਆਪੋਜੀਸ਼ਨ ਦੇ ਲੀਡਰਸ ਦੇ ਨਾਲ ਕਿਸ ਤਰੀਕੇ ਦਾ ਬਿਹੇਵੀਅਰ ਤੇ ਕਿਵੇਂ ਰੋਂਗ ਐਲੀਗੇਸ਼ਨਸ ਲਾ ਕੇ ਉਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ, ਫਿਰ ਉਹ ਬਾਹਰ ਆ ਜਾਂਦੇ ਨੇ, ਉਹ ਸਾਰੇ ਕਿਤੇ ਆਪਾਂ ਸਾਰੇ ਚੀਜ਼ਾਂ ਦੇ ਨਾਲ ਵਾਕਿਫ ਆ। ਯੈਸ, ਡੈਫੀਨੇਟਲੀ ਅਸੀਂ ਐਜ਼ ਅ ਆਪੋਜੀਸ਼ਨ ਆਵਾਜ਼ ਚੱਕ ਰਹੇ ਹਾਂ, ਸਾਡੇ ਲੀਡਰਸ ਚੱਕ ਰਹੇ ਨੇ, ਪਰ ਤੁਸੀਂ ਸਿੱਧੂ ਸਾਹਿਬ ਇਹ ਦੇਖੋ ਵੀ ਆ ਵੀਡੀਓਜ਼ ਇੰਨੀਆਂ ਜ਼ਿਆਦਾ ਡਾਊਨ ਮੈਂ ਕਹੂੰਗੀ ਵੀ ਪਹਿਲਾਂ ਤਾਂ ਇੱਕ ਮੁੱਖ ਮੰਤਰੀ ਦਾ ਕਿਸੇ ਦੇ ਨਿੱਜੀ ਹੋਲੀ ਫੰਕਸ਼ਨ ਦੀ ਫੋਟੋ ਪਾਉਣਾ ਟ੍ਰਿਗਰ ਕਰਨਾ ਹੈ ਔਰ ਲੀਡਰ ਨੂੰ। ਦੂਜਾ ਮੈਂ ਕਹੂੰਗੀ ਵੀ ਸੁਖਬੀਰ ਬਾਦਲ ਜੀ ਦੀ ਮੇਰੇ ਮਨ 'ਚ ਰਿਸਪੈਕਟ ਹੈ, ਪਰ ਜਿਹੜੀ ਵੀਡੀਓ ਉਹਨਾਂ ਨੇ ਸ਼ੇਅਰ ਕੀਤੀ ਹੈ ਭਗਵੰਤ ਮਾਨ ਜੀ ਦੀ ਰੋਟੀ ਦੇ ਉੱਤੇ, ਖਾਣੇ ਦੇ ਉੱਤੇ ਹੀ ਡਿੱਗ ਰਹੇ ਨੇ, ਉਹ ਮਤਲਬ ਇੰਨੀ ਸੌਰੀ ਸਟੇਟ ਔਰ ਇੰਨਾ ਦੁੱਖ ਪਹੁੰਚਾਉਂਦੀ ਹੈ ਕਿ ਇਹ ਕੀ ਚੱਲ ਰਿਹਾ ਹੈ। ਕੋਈ ਇੰਟੈਲੈਕਚੁਅਲ ਕੋਈ ਹੋਰ ਵੱਡੀ ਇਹਨੂੰ ਕਾਊਂਟਰ ਕਰਨ ਦੇ ਲਈ ਜ਼ਰੂਰੀ ਨਹੀਂ ਹੈ ਇੱਕ ਰੋਂਗ ਟੂ ਰੋਂਗ ਮੇਕਸ ਅ ਰਾਈਟ। ਦੋ ਗਲਤ ਚੀਜ਼ਾਂ ਸਹੀ ਨਹੀਂ ਬਣ ਜਾਂਦੀਆਂ ਹੈਗੀਆਂ। ਜੇ ਕਿਸੇ ਨੇ ਤੁਹਾਡੇ ਤੇ ਟਿੱਪਣੀ ਕੀਤੀ ਤੇ ਤੁਸੀਂ ਵੀ ਉਸੇ ਲੈਵਲ ਦੀ ਟਿੱਪਣੀ ਕਰਕੇ ਸਹੀ ਹੋ ਜਾਓਗੇ। ਥੈਂਕ ਯੂ ਅਮਰਤ ਗਿੱਲ, ਚਾਹੀਦਾ। ਥੈਂਕ ਯੂ, ਤੁਹਾਡਾ ਵਿਊ ਪੁਆਇੰਟ ਆ ਗਿਆ। ਡਾਕਟਰ ਬਾਗੀ, ਇਸ ਮਾਮਲੇ ਤੇ ਆਪਾਂ ਗੱਲ ਕਰ ਰਹੇ, ਦੇਖੋ ਸੁਭਾਵਿਕ ਹੈ ਕਿ ਸਾਰੀਆਂ ਤਰ੍ਹਾਂ ਦਾ ਵਿਊ ਪੁਆਇੰਟ ਆਪਣਾ ਆਪਣਾ ਹੁੰਦਾ ਹੈਗਾ, ਪਰ ਇੱਕ ਗੱਲ ਜਿਹੜੀ ਮੈਂ ਮਹਿਸੂਸ ਕੀਤੀ ਹੈ ਸਾਰਿਆਂ ਦੇ ਜਵਾਬ ਸੁਣ ਕੇ ਕਿ ਜੇ ਇਹੋ ਜਿਹੀ ਸਥਿਤੀ ਬਣਦੀ ਹੈ ਤਾਂ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਉਹਦੇ ਪ੍ਰਤੀ ਵੀ ਇੱਕ ਬੇਭਰੋਸਗੀ ਦਾ ਅਹਿਸਾਸ ਜਿਹੜਾ ਹੈਗਾ ਲੋਕਾਂ 'ਚ ਜਦੋਂ ਜਾਏਗਾ, ਤਾਂ ਜਿਹੜੀ ਗੱਲ ਖਤਰਨਾਕ ਸਥਿਤੀ ਦੀ ਗੱਲ ਕੀਤੀ ਹੈ ਰੁਪਾਲ ਹੋਣਾ ਨੇ, ਲੱਗਦਾ ਨਹੀਂ ਫਿਰ ਉਹ ਸਥਿਤੀ ਤਾਂ ਉਸ ਵੇਲੇ ਖਤਰਨਾਕ ਹੋਏਗੀ ਜੇ ਇੱਦਾਂ ਸਾਡੀ ਪੋਲੀਟੀਕਲ ਲੀਡਰਸ਼ਿਪ ਹੀ ਐਕਸਪੋਜ਼ ਹੋਗੀ। ਵੈਸੇ ਤਾਂ ਜੀ ਸਾਰੇ ਹੀ ਮੇਰੇ ਲਾਂਡ ਕੋ ਪੈਨਲਿਸਟ ਨੇ ਜਿਵੇਂ ਕਹਿੰਦੇ ਗਾਗਰ 'ਚ ਸਾਗਰ ਬੰਦ ਕਰਤਾ, ਮੈਨੂੰ ਲੱਗਦਾ ਨਹੀਂ ਕੁਝ ਕਹਿਣ ਲਈ ਕਿਹਾ ਰਿਹਾ ਵਾ ਸਭ। ਪਰ ਤੁਸੀਂ ਵੀ 5-6 ਦਹਾਕਿਆਂ ਤੋਂ ਪੰਜਾਬ ਦੀ ਪੋਲੀਟਿਕਸ ਕਵਰ ਕਰ ਰਹੇ ਹੋ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਗੀ। ਇਦੋਂ ਮਾੜੇ ਵਰਤਾਰੇ ਵੀ ਲੀਡਰਸ਼ਿਪ ਦੇ ਵਿੱਚ ਹੁੰਦੇ ਆਏ ਨੇ। ਵਿਧਾਨ ਸਭਾ ਦੇ ਵਿੱਚ ਤੁਸੀਂ ਕਾਫੀ ਕਲੋਜ਼ਲੀ ਦੇਖਿਆ, ਉੱਥੇ ਮਾਵਾਂ ਭੈਣਾਂ ਦੇ ਨਾਮ ਲੈ ਕੇ ਵੀ ਤਰ੍ਹਾਂ ਦੇ ਇਸ਼ਾਰੇ ਕਰਕੇ ਵੀ ਇੱਕ ਦੂਜੇ ਨੂੰ ਜਲੀਲ ਕਰਨ ਦੇ ਵਿੱਚ ਕੋਸ਼ਿਸ਼ ਨਹੀਂ ਸੀ ਵਾਕੀ ਰਹਿੰਦੀ। ਹਾਂ, ਸਮਾਂ ਬਦਲ ਗਿਆ, ਸਮਲ ਦੀ ਤੋਰ ਬਦਲ ਗਈ। ਹਾਂ, ਇੱਕ ਇਨਸੀਡੈਂਟ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਤੇ ਸਾਹਮਣੇ ਪ੍ਰਕਾਸ਼ ਸਿੰਘ ਬਾਦਲ ਬੈਠੇ ਸੀਗੇ। ਉਹ ਤਕਰੀਬਨ ਮੈਨੂੰ ਲੱਗਦਾ 1-2 ਘੰਟੇ ਦਾ ਲੈਕਚਰ ਸੀਗਾ ਉਹਨਾਂ ਦਾ, ਜਦੋਂ ਬੀਂਗੇ ਮੁੱਖ ਮੰਤਰੀ ਉਹ ਬੋਲ ਰਹੇ ਸੀ ਤੇ ਬਾਦਲ ਸਾਹਿਬ ਨੂੰ ਕਮੈਂਟ ਕਰ ਰਹੇ ਸੀਗੇ। ਵਿਧਾਨ ਸਭਾ ਦੇ ਫਲੋਰ ਤੇ ਹੋਇਆ, ਕਈ ਗੱਲਾਂ ਇਹੋ ਜਿਹੀਆਂ ਵੀ ਕਹੀਆਂ ਗਈਆਂ ਜਿਹੜੀਆਂ ਨਹੀਂ ਕਹਿਣੀਆਂ ਚਾਹੀਦੀਆਂ ਸੀਗੀਆਂ। ਮਤਲਬ ਕਿ ਸੀਨਾ ਵੱਡਾ ਸੀਗਾ। ਬਾਦਲ ਸਾਹਿਬ ਨੇ ਬੜਾ ਮੁਸਕਰਾਉਂਦੇ ਹੋਏ ਉਸ ਚੀਜ਼ ਨੂੰ ਆਪਦੇ ਆਪ ਵਿੱਚ ਸਮੋਇਆ ਤੇ ਇੱਕ ਪੋਲੀਟੀਕਲੀ ਸਿਆਣਪ ਦਾ ਇੱਕ ਨਮੂਨਾ ਪੇਸ਼ ਕੀਤਾ। ਸਮੇਂ-ਸਮੇਂ ਤੇ ਹੁੰਦਾ ਆ। ਇਹ ਤੁਹਾਡਾ ਨਜ਼ਰੀਆ ਕੀ ਆ? ਅੱਜ ਜੋ ਦਿਖਦਾ ਉਹੀ ਵਿਕਦਾ। ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਇਲੈਕਸ਼ਨ ਮੋਡ ਦੇ ਵਿੱਚੋਂ, ਇਲੈਕਸ਼ਨ ਕੰਪੇਨ ਦੇ ਵਿੱਚੋਂ ਹਜੇ ਤੱਕ ਬਾਹਰ ਨਹੀਂ ਆਏ। ਹੋ ਸਕਦਾ ਉਹ ਬਾਹਰ ਹਜੇ ਤੱਕ ਤਾਂ ਨਹੀਂ ਆਏ ਕਿਉਂਕਿ ਸਾਡੇ ਪੰਜਾਬ ਜਿਨ੍ਹਾਂ ਨੇ ਐਡਾ ਵੱਡਾ ਵਰਡਿਕਟ ਦੇ ਕੇ ਸਿਰ ਅੱਖਾਂ ਤੇ ਬਿਠਾਇਆ ਤੇ ਉਹ ਇਹੀ ਕੁਝ ਦੇਖਣਾ ਪਸੰਦ ਕਰਦੇ ਨੇ। ਹੁਣ ਇੱਥੇ ਇੱਕ ਬੜੀ ਬਲੈਂਕ ਜੀ ਲਾਈਨ ਖਿੱਚਣੀ ਜ਼ਰੂਰੀ ਹੋ ਜਾਂਦੀ ਆ ਲੀਡਰਸ਼ਿਪ ਤੇ ਪਬਲਿਕ ਦੇ ਵਿਚਾਲੇ। ਠੀਕ ਆ, ਇਲੈਕਸ਼ਨ ਦੇ ਵਿੱਚ ਇਹ ਭਗਵੰਤ ਸਿੰਘ ਮਾਨ ਦੀ ਵੀਡੀਓ ਵੀ ਮੈਂ ਕਈ ਵਾਰੀ ਦੇਖ ਚੁੱਕਿਆ ਵਾਂ, ਸੁਖਬੀਰ ਸਿੰਘ ਬਾਦਲ ਦੀ ਵੀ ਫੋਟੋ ਕਈ ਵਾਰੀ ਵਾਇਰਲ ਹੋ ਚੁੱਕੀ ਆ। ਹੈਰਾਨੀ ਇਸ ਗੱਲ ਦੀ ਆ ਵੀ ਅੱਜ ਅਸੀਂ ਇਸ ਤੇ ਡਿਬੇਟ ਕਰ ਰਹੇ ਹਾਂ, ਅੱਜ ਡਿਸਕਸ਼ਨ ਕਰ ਰਹੇ ਹਾਂ। ਸ਼ਾਇਦ ਕਿਤੇ ਨਾ ਕਿਤੇ ਮੀਡੀਆ ਦੀ ਵੀ ਮਜਬੂਰੀ ਹੋ ਜਾਂਦੀ ਆ ਕਿਉਂਕਿ ਸਾਡੇ ਵੋਟਰ ਇਹ ਨਹੀਂ ਜਾਣਨਾ ਚਾਹੁੰਦੇ ਵੀ ਪੰਜਾਬ ਦਾ ਕਿੰਨਾ ਯੂਥ ਬਾਹਰ ਚਲਿਆ ਗਿਆ। ਇਹ ਨਹੀਂ ਜਾਣਨਾ ਚਾਹੁੰਦੇ ਵੀ ਪੰਜਾਬ ਵਿੱਚ ਰੋਜ਼ ਕਿੰਨੀਆਂ ਧੀਆਂ ਦੀ ਪੱਤ ਲੈਂਦੀ ਆ। ਇਹ ਨਹੀਂ ਜਾਣਨਾ ਚਾਹੁੰਦੇ ਜਿਨ੍ਹਾਂ ਦੇ ਘਰ ਉਜੜ ਗਏ, ਉਹਨਾਂ ਦੇ ਵਿਆਹਾਂ ਤੱਕ ਕੁੜੀਆਂ ਦੇ ਨਹੀਂ ਹੋਣੇ, ਫੀਸਾਂ ਤੱਕ ਭਰੀਆਂ ਨਹੀਂ। ਸ਼ਾਇਦ ਸਾਡਾ ਵੋਟਰ ਜਾਂ ਸਾਡਾ ਪੰਜਾਬੀ ਅੱਜ ਸ਼ਾਇਦ ਜਾਣਨਾ ਨਹੀਂ ਚਾਹੁੰਦਾ। ਇਸ ਕਰਕੇ ਜਿਹੜਾ ਕੁਛ ਉਹ ਦੇਖਣਾ ਜਾਂ ਜਾਣਨਾ ਚਾਹੁੰਦਾ ਜਾਂ ਜਿਸ ਤੇ ਕਟਾਸ਼ ਲੈਣਾ ਚਾਹੁੰਦਾ, ਹੱਥੋਂ ਹੱਥ ਮੋਬਾਈਲ ਆ, ਉਹੋ ਜਿਹਾ ਕੁਛ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਸੋ ਸਭ ਅਹਿਮ ਰੋਲ ਬਣਦਾ ਇੱਥੇ ਮੀਡੀਆ ਦਾ ਵੀ ਅੱਜ ਅਸੀਂ ਉਸ ਚੀਜ਼ ਤੇ ਗੱਲ ਕਰੀਏ ਜਿਹੜੀ ਲੋਕਾਂ ਦੀ ਜ਼ਿੰਦਗੀ ਦੇ ਨਾਲ ਰਿਲੇਟਡ ਆ। ਨਾ ਤਾਂ ਸੁਖਬੀਰ ਸਿੰਘ ਬਾਦਲ ਦੀ ਫੋਟੋ ਸਿੱਖ ਮਸਲਿਆਂ ਨਾਲ ਰਿਲੇਟਡ ਆ, ਨਾ ਭਗਵੰਤ ਸਿੰਘ ਮਾਨ ਦਾ ਖਾਣਾ ਕਿਸੇ ਪੰਜਾਬ ਦੇ ਇਸ਼ੂ ਨਾਲ ਰਿਲੇਟਡ ਆ। ਅੱਜ ਪੰਜਾਬ ਦੀ ਤਰਾਸ ਦੀ ਮੇਰੇ ਕੋ ਪੈਨਲਿਸਟ ਨੇ ਬਾਖੂਬੀ ਇਸ ਮੰਚ ਤੇ
ਰੱਖੀ ਆ, ਅੱਜ ਧਿਆਨ ਉਧਰ ਨਹੀਂ ਜਾ ਰਿਹਾ, ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ। ਇਹ ਬਦਕਿਸਮਤੀ ਆ। ਲੀਡਰ ਵੀ ਪਬਲਿਕ ਚੋਂ ਹੀ ਪੈਦਾ ਹੁੰਦੇ ਆ। ਅੱਜ ਟਰੋਲ ਹੋ ਰਹੀਆਂ ਜੇ ਵੀਡੀਓ ਇਹ ਹੋ ਰਹੀਆਂ, ਇਹ ਇੱਕ ਉਸ ਮੁਹੱਲੇ ਦੀ ਲੜਾਈ ਆ ਵੀ ਮੈਂ ਤੈਨੂੰ ਉਹ ਕਹਿ ਦੂੰ ਤੂੰ ਫਲਾਣੇ ਥਾਂ ਤੇ ਫਲਾਨੀ ਗੱਲ ਕਹੀ ਸੀਗੀ। ਪਰ ਅਫਸੋਸ ਦੀ ਗੱਲ ਇਹ ਆ, ਜਿਹੜਾ ਮੈਂ ਗਿਰਾਵਟ ਤਾਂ ਮੈਂ ਨਹੀਂ ਕਹੂੰਗਾ, ਮੈਨੂੰ ਲੱਗਦਾ ਐਕਸਪੋਜ਼ ਹੋ ਰਿਹਾ ਵਾ। ਇਸੇ ਹੀ ਐਕਸਪੋਜ਼ ਦੇ ਵਿੱਚੋਂ ਕੁਝ ਨਵਾਂ ਨਿਕਲ ਕੇ ਆਊਗਾ। ਲਾਣ ਚੋਂ ਘਾਣ ਜਦੋਂ ਮੰਥਨ ਹੁੰਦਾ, ਕਿਤੇ ਨਾ ਕਿਤੇ ਪੰਜਾਬੀਆਂ ਨੂੰ ਆਪਣਾ ਦਰਪਣ ਦਿਖ ਰਿਹਾ ਵਾ ਵੀ ਕਿਹੋ ਜੇ ਅਸੀਂ ਕਿਰਦਾਰ ਦੇ ਮਾਲਕ। ਲੀਡਰ ਕੰਪੇਨਿੰਗ ਮੋਡ ਵਿੱਚ ਜਾਇਜ਼ ਹੁੰਦਾ ਇਹ ਸਾਰਾ ਕੁਝ, ਉਦੋਂ ਜਦੋਂ ਤਰਾਸਦੀ ਚੱਲ ਰਹੀ ਆ ਪੰਜਾਬ ਦੀ, ਉਹ ਸਾਨੂੰ ਕਿਹੋ ਜਿਹਾ ਆਇਨਾ ਦਿਖਾ ਰਹੇ ਨੇ। ਪਰ ਹੈਰਾਨੀ ਜਾਂ ਬੇਸ਼ਰਮੀ ਦੀਆਂ ਉਦੋਂ ਸਾਰੀਆਂ ਹੱਦਾਂ ਟੱਪ ਜਾਂਦੀਆਂ। ਇੱਕ ਹਰਿਆ ਹੋਇਆ ਬੰਦਾ, ਬੇਸ਼ੱਕ ਉਹ ਪਹਿਲਾਂ ਖਜ਼ਾਨਾ ਮੰਤਰੀ ਰਹਿ ਚੁੱਕਿਆ, ਇਹ ਗੱਲ ਕਮੈਂਟ ਕਰ ਦਿੰਦਾ ਵੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੰਜਾਬ ਵਿੱਚ ਲੁਕਣ ਲਈ ਥਾਂ ਨਹੀਂ ਲੱਭਣਾ। ਜੇ ਮੈਂ ਆਪਦੀ ਆਈ ਤੇ ਆ ਗਿਆ ਤਾਂ ਮੈਨੂੰ ਲੱਗਦਾ ਇਦੋਂ ਵੱਡੀ ਗੱਲ ਹੋਰ ਕੋਈ ਨਹੀਂ ਹੋ ਸਕਦੀ। ਤੇ ਸਾਨੂੰ ਸਾਰਿਆਂ ਨੂੰ ਇਸ ਚੀਜ਼ ਲਈ ਧਿਆਨ ਦੇਣਾ ਚਾਹੀਦਾ। ਇਹਦੇ ਵਿੱਚ ਉਹਨਾਂ ਦਾ ਕਸੂਰ ਘੱਟ ਆ ਜਿਨ੍ਹਾਂ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ। ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਡਾ ਕਸੂਰ ਜ਼ਿਆਦਾ ਵਾ, ਜਿਹੜੇ ਇੰਨੇ ਅਸੀਂ ਉਹਨਾਂ ਨੂੰ ਤਵੱਜੋ ਦੇ ਰਹੇ। ਜੀ ਰਪਾਲ, ਅਹਿਮ ਸਵਾਲ ਹੈ ਜਿਸ ਮਾਮਲੇ ਦੀ ਆਪਾਂ ਗੱਲ ਕਰ ਰਹੇ ਹਾਂ। ਅਕਸਰ ਕਿਹਾ ਜਾਂਦਾ ਹੈ ਕਿ ਜੇ ਕੋਈ ਤਕਲੀਫ ਹੋਵੇ, ਜੇ ਕਿਸੇ ਦੇ ਕੈਂਸਰ ਆ, ਉਹ ਕਹਿੰਦੇ ਵੀ ਤੁਸੀਂ ਉਹਨੂੰ ਢੱਕ ਲਓ ਜਾਂ ਉਹਦੇ 'ਤੇ ਪੱਟੀ ਬੰਨ੍ਹ ਲਓ ਤਾਂ ਉਹਦੇ ਨਾਲ ਬਿਮਾਰੀ ਨਹੀਂ ਲੁਕ ਜਾਂਦੀ। ਜਿਸ ਮੁੱਦੇ ਦਾ ਜ਼ਿਕਰ ਜਿਹੜਾ ਹੈਗਾ ਡਾਕਟਰ ਬਰਾਗੀ ਨੇ ਕੀਤਾ, ਦੇਖੋ ਸਵਾਲ ਲੀਡਰਸ਼ਿਪ ਦਾ ਹੈ। ਜੇ ਕੋਈ ਸਧਾਰਨ ਕੋਈ ਵਿਅਕਤੀ ਹੁੰਦਾ ਤਾਂ ਸ਼ਾਇਦ ਕੋਈ ਜਿੱਦਾਂ ਗੱਲ ਕਰ ਰਿਹਾ ਬਿਲਕੁਲ ਕੋਈ ਨੋਟਸ ਵੀ ਨਹੀਂ ਲੈਂਦਾ। ਜੇ ਉਹੀ ਕਿਤੇ ਮੁੱਖ ਮੰਤਰੀ ਦੇ ਮੂੰਹ 'ਚੋਂ ਨਿਕਲਦੀ ਹੈ ਗੱਲ, ਵਿਰੋਧੀ ਧਿਰ ਦੇ ਆਗੂ ਦੇ ਮੂੰਹ 'ਚੋਂ ਨਿਕਲਦੀ ਹੈ ਗੱਲ, ਤਾਂ ਸਵਾਲ ਇਹ ਬਣਦਾ ਹੈ ਕਿ ਕੀ ਮੁੱਦਿਆਂ ਦੀ ਥਾਂ ਜਿਹੜਾ ਹੈਗਾ ਇਹੀ ਗੱਲਾਂ ਰਹਿ ਗਈਆਂ ਕਰਨ ਕੁਚਰੀਆਂ? ਕਿਉਂਕਿ ਅਸੀਂ ਉਸ ਲੀਡਰਸ਼ਿਪ ਨੂੰ ਚੁਣ ਕੇ ਭੇਜਿਆ, ਚਾਹੇ ਵਿਰੋਧੀ ਧਿਰ ਹੈ ਚਾਹੇ ਹਾਕਮ ਧਿਰ ਹੈ। ਸੋ ਮੁੱਦਿਆਂ ਦੀ ਜਦੋਂ ਗੱਲ ਆਉਂਦੀ ਹੈ ਤਾਂ ਮੀਡੀਆ ਨੂੰ ਇਸ ਮਾਮਲੇ ਦਾ, ਹਰਪਾਲ ਜੀ ਤੁਸੀਂ ਜਰਨਲਿਸਟ ਹੋ, ਨੋਟਸ ਲੈਣਾ ਬਣਦਾ ਕਿ ਨਹੀਂ ਬਣਦਾ ਕਿ ਸਾਡੀ ਲੀਡਰਸ਼ਿਪ ਥਿੜਕ ਚੁੱਕੀ ਹੈ, ਬੇਭਰੋਸਗੀ ਦਾ ਆਲਮ ਪੈਦਾ ਕਰ ਰਹੀ ਹੈ, ਇਹ ਕਿਤੇ ਨਾ ਕਿਤੇ ਖਤਰਨਾਕ ਸਥਿਤੀ ਵੱਲ ਨੂੰ ਲੈ ਕੇ ਜਾ ਰਹੀ ਹੈ ਪੰਜਾਬ ਨੂੰ? ਦੇਖੋ ਸਿੱਧੂ ਸਾਹਿਬ, ਜਿਹੜੀ ਬੈਰਾਗੀ ਸਾਹਿਬ ਨੇ ਗੱਲ ਕੀਤੀ ਹੈ ਨਾ, ਮੈਂ ਉਸੇ ਗੱਲ ਨੂੰ ਅੱਗੇ ਤੋਰਦਾ ਜੀ ਕਿ ਸਾਡੀਆਂ ਸਿਆਸੀ ਪਾਰਟੀਆਂ ਦਾ, ਸਾਰੀਆਂ ਸਿਆਸੀ ਪਾਰਟੀਆਂ ਕੋਲੇ ਕੋਈ ਇਸ ਕਿਸਮ ਦਾ ਕੋਈ ਵੀ ਨਾ ਤਾਂ ਗਰੂਮਿੰਗ ਹੈ ਸਿਆਸੀ ਪਾਰਟੀਆਂ ਦੀ, ਨਾ ਉਹਨਾਂ ਦੇ ਸਪੋਕਸਪਰਸਨ ਦੀ, ਨਾ ਹੋਰ ਹੈ। ਉਹ ਇੱਕ ਸਟੀਰੀਓਟਾਈਪ ਜਵਾਬ ਹਰੇਕ ਗੱਲ ਦਾ ਦਿੰਦੇ ਆ ਕਿ ਆਹ ਹੋ ਗਿਆ। ਜਿਹੜੇ ਅੱਜ ਮੁੱਦੇ ਦਰਪੇਸ਼ ਨੇ, ਇਹ ਕਦੋਂ ਨਹੀਂ ਸੀ? ਪਹਿਲਾਂ ਮੈਨੂੰ ਇਹ ਦੱਸਿਆ ਜਾਵੇ। ਅੱਜ ਤੋਂ 5 ਸਾਲ ਪਹਿਲਾਂ ਨਹੀਂ ਸੀ, ਅੱਜ ਤੋਂ 10 ਸਾਲ ਪਹਿਲਾਂ ਨਹੀਂ ਸੀ, ਕਦੋਂ ਨਹੀਂ ਸੀ ਇਹ? ਕੈਪਟਨ ਅਮਰਿੰਦਰ ਸਿੰਘ ਜਦੋਂ 2002 ਦੇ ਵਿੱਚ ਮੁੱਖ ਮੰਤਰੀ 2002 ਦੇ ਵਿੱਚ ਮੁੱਖ ਮੰਤਰੀ ਬਣਦੇ, ਉਦੋਂ ਵੀ ਇਹ ਮੁੱਦੇ ਦਰਪੇਸ਼ ਸੀ। ਜਦੋਂ ਦੁਬਾਰਾ ਬਾਦਲ ਸਾਹਿਬ ਮੁੱਖ ਮੰਤਰੀ ਬਣਦੇ, ਉਦੋਂ ਵੀ ਸੀ। ਬਾਦਲ ਸਾਹਿਬ ਫੇਰ ਰਿਪੀਟ ਹੁੰਦੇ ਆ, ਫੇਰ ਵੀ ਸੀ। ਤੇ ਜਦੋਂ ਕੈਪਟਨ ਅਮਰਿੰਦਰ ਸਿੰਘ ਫੇਰ ਦੁਬਾਰਾ ਮੁੱਖ ਮੰਤਰੀ ਬਣਦੇ, ਉਦੋਂ ਵੀ ਸੀ। ਹੁਣ ਭਗਵੰਤ ਮਾਨ ਮੁੱਖ ਮੰਤਰੀ ਬਣਿਆ, ਉਦੋਂ ਵੀ। ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਵੇਲੇ ਇਹਨਾਂ ਮੁੱਦਿਆਂ ਨੂੰ ਲੈ ਕੇ ਚੋਣ ਲੜਦੀਆਂ ਨੇ, ਚੋਣ ਜਿੱਤਦੀਆਂ ਨੇ ਜਾਂ ਹਾਰਦੀਆਂ ਨੇ। ਤੇ ਇੱਕ ਤਾਂ ਇਹ ਵੀ ਬਿਲਕੁਲ ਬੈਰਾਗੀ ਸਾਹਿਬ ਦੀ ਗੱਲ ਸਹੀ ਹੈ ਕਿ ਇਸ ਪਾਰਟੀ ਤੋਂ ਲੋਕਾਂ ਨੂੰ ਜਿਹੜੀ ਸੀ ਤਵੱਕੋ ਦੂਜਿਆਂ ਨਾਲੋਂ ਵੱਧ ਸੀ, ਕਿਉਂਕਿ ਵੱਡੇ ਨਾਅਰੇ ਲੈ ਕੇ ਆਏ ਸੀ, ਵੱਡੀਆਂ ਗੱਲਾਂ ਕਰਕੇ ਆਏ ਸੀ। ਜਿੱਦਾਂ ਭੁੱਲਰ ਸਾਹਿਬ ਨੇ ਵੀ ਕਿਹਾ ਕਿ ਉਸ ਪਾਸੇ ਵੱਲ ਜਿਹੜਾ ਸੀ ਵੱਧ ਜਿਹੜਾ ਹੈ ਉਹ ਧਿਆਨ ਦੇਣਾ ਚਾਹੀਦਾ ਸੀ। ਪਰ ਦੂਜੀਆਂ ਸਿਆਸੀ ਪਾਰਟੀਆਂ ਵੀ ਕੀ ਕਰ ਰਹੀਆਂ ਨੇ? ਕੀ ਹੁਣ 1.5 ਸਾਲ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਿਰਫ ਟਵੀਟ ਤੋਂ ਬਿਨਾਂ ਜਾਂ ਹੋਰ ਹੈ, ਕੀ ਕਿਸੇ ਪਾਰਟੀ ਨੇ ਕੋਈ ਜਨ ਅੰਦੋਲਨ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ? ਕੀ ਕਿਤੇ ਜਾ ਕੇ ਲੋਕਾਂ ਦੀ ਕਿਤੇ ਛੋਟੇ ਤੋਂ ਛੋਟਾ ਵੀ ਠੀਕ ਹੈ, ਜਦੋਂ ਉਹਨਾਂ ਦੇ 1-2 ਲੀਡਰ ਜਿਵੇਂ ਕਾਂਗਰਸ ਦੇ ਫੜੇ ਗਏ ਲੁਧਿਆਣੇ ਦੇ ਵਿੱਚ 2 ਦਿਨ ਇੱਕ ਧਰਨਾ ਲਾਇਆ, ਉਹ ਵੀ ਪਾਰਟੀਕੂਲਰ ਉਸ ਬੰਦੇ ਵਾਸਤੇ ਲਾਇਆ, ਨਾ ਕਿ ਲੋਕਾਂ ਦੇ ਕਿਸੇ ਮੁੱਦੇ ਵਾਸਤੇ ਲਾਇਆ। ਤੇ ਉਦੋਂ ਬਾਅਦ ਉਹ ਵੀ ਚੁੱਕ ਲਿਆ ਜਦੋਂ ਪਤਾ ਲੱਗਿਆ ਕਿ ਹੁਣ ਇਹ ਗੱਲ ਬਹੁਤਾ ਲੰਬਾ ਚੱਲ ਨਹੀਂ ਸਕਣੀ। ਸੋ ਜਿਹੜਾ ਪਹਿਲੀ ਗੱਲ ਤਾਂ ਇਹ ਬਦਲਾਖੋਰੀ ਵਾਲੀ ਜਿਹੜੀ ਗੱਲ ਵਾਰ-ਵਾਰ ਜਿਹੜੀ ਕੀਤੀ ਜਾ ਰਹੀ ਹੈ, ਤੇ ਇਹ ਤਾਂ ਜਦੋਂ ਵੀ ਕਿਤੇ ਹੁੰਦਾ ਹੈ ਬਦਲਾਖੋਰੀ ਕਿਹਾ ਜਾਂਦਾ। ਜਿੱਦਾਂ ਗੋਸ਼ਾ ਜੀ ਨੇ ਜਿਹੜੀ ਇਹ ਗੱਲ ਕੀਤੀ, ਹਾਲਾਂਕਿ ਉਹਨਾਂ ਨੇ ਬਹੁਤ ਸਖਤ ਭਾਸ਼ਾ ਵਰਤੀ, ਨਹੀਂ ਵਰਤਣੀ ਚਾਹੀਦੀ। ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਉਹ ਸਤਿਕਾਰਯੋਗ ਹੁੰਦੇ ਆ, ਕੋਈ ਮਸਟੰਡੇ ਨਹੀਂ ਹੁੰਦੇ ਜਾਂ ਕੁਛ ਨਹੀਂ ਜਿਹੜੇ ਹੁੰਦੇ। ਜੇ ਇੱਦਾਂ ਤੁਸੀਂ ਪਾਰਟੀਆਂ ਦੇ ਕੱਲੀ ਦੇ ਇੱਦਾਂ ਪੋਤੜੇ ਫਰੋਲਣ ਦੀ ਕੋਸ਼ਿਸ਼ ਕਰੋਗੇ ਤਾਂ ਕੁਛ ਵੀ ਨਹੀਂ ਲੱਭਣਾ ਇਸ ਦੇਸ਼ ਦੇ ਵਿੱਚੋਂ। ਤੇ ਪਰ ਇਹ ਹੈਗਾ ਕਿ ਜਿਹੜੇ ਅਸੀਂ ਕਹਿੰਦੇ ਆ ਕਿ ਕਿਸੇ ਨਾ ਕਿਸੇ ਜਿਹੜੀ ਬਦਲਾਖੋਰੀ ਵਾਲੀ ਗੱਲ, ਹੁਣ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਜਿੱਥੇ ਬੀਜੇਪੀ ਸੱਤਾ ਦੇ ਵਿੱਚ ਹੈ, ਉੱਥੇ ਕੀ ਹੋ ਰਿਹਾ?
ਜਿਹੜੀਆਂ ਇੰਨੀਆਂ ਵਿਰੋਧੀ ਧਿਰਾਂ ਕਿਉਂ ਇਕੱਠੀਆਂ ਹੋ ਰਹੀਆਂ, ਇਹਦੇ ਸਭ ਤੋਂ ਵੱਡੇ ਕਾਰਨ ਇਹ ਹੈ ਕਿ ਉੱਥੇ ਈਡੀ ਨੂੰ ਵਰਤਿਆ ਜਾ ਰਿਹਾ, ਉੱਥੇ ਸੀਬੀਆਈ ਨੂੰ ਵਰਤਿਆ ਜਾ ਰਿਹਾ, ਜਿੱਥੇ ਕਿਤੇ ਇਨਕਮ ਟੈਕਸ ਦੀ ਜ਼ਰੂਰਤ, ਜਿਹੜਾ ਡਿਪਾਰਟਮੈਂਟ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਵਰਤਿਆ ਜਾ ਰਿਹਾ। ਇਹ ਤਾਂ ਜੇ ਅਸੀਂ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀ ਦੇ ਵਿੱਚ ਪਾਵਾਂਗੇ ਨਾ, ਜਾਂ ਸਟੀਰੀਓਟਾਈਪ ਜਵਾਬ ਦੇਵਾਂਗੇ ਹਰੇਕ ਗੱਲ ਦਾ, ਫਿਰ ਇਹ ਗੱਲ ਹੱਲ ਨਹੀਂ ਹੋਣੀ। ਨਾ ਇਹਨਾਂ ਪੈਨਲਾਂ 'ਚ ਆ ਕੇ ਹੱਲ ਹੋਣੀ ਹੈ, ਨਾ ਮੀਡੀਆ ਦੇ ਨੋਟਸ ਲੈਣ 'ਤੇ ਹੱਲ ਹੋਣੀ ਹੈ। ਹੱਲ ਤਾਂ ਹੋਣੀ ਹੈ ਜੇ ਅਸੀਂ ਸੱਚੇ ਦਿਲੋਂ ਜਿਹੜੀ ਹੈ ਕਿਸੇ ਗੱਲ ਵੱਲ ਤੁਰਾਂਗੇ। ਤੀਜੇ ਦਿਨ ਸਾਡੇ ਪੋਲੀਟੀਕਲ ਜਿਹੜੇ ਹੈਗੇ ਆ ਲੀਡਰ ਪਾਰਟੀ ਬਦਲ ਕੇ ਦੂਜੀ ਪਾਰਟੀ ਚਲੇ ਜਾਂਦੇ ਆ। ਹੁਣ ਠੀਕ ਹੈ, ਮੈਨੂੰ ਜ਼ਾਤੀ ਤੌਰ 'ਤੇ ਇਸ ਗੱਲ ਦਾ ਦੁੱਖ ਹੈ ਕਿ ਭਗਵੰਤ ਮਾਨ ਨੇ ਇਹ ਗੱਲ ਕਿਉਂ ਕਹੀ ਜਾਂ ਸੁਖਬੀਰ ਬਾਦਲ ਨੇ ਇਹ ਗੱਲ ਕਿਉਂ ਕਹੀ, ਇਹ ਨਹੀਂ ਹੋਣੀ ਚਾਹੀਦੀ। ਪਰ ਤੁਸੀਂ ਕੀ ਆਪਣੀ ਪਾਰਟੀ ਦੀਆਂ ਨੀਤੀਆਂ ਮੁਤਾਬਕ, ਪ੍ਰੋਗਰਾਮਾਂ ਮੁਤਾਬਕ, ਜਿਹੜੀ ਪਾਰਟੀ ਦੇ ਤੁਸੀਂ ਇਹ ਕਹਿੰਦੇ ਆਉਂਦੇ ਹੋ ਕਿ ਸਾਡਾ ਤਾਂ ਜੀ ਦੇਖੋ ਪਰਿਵਾਰਕ ਪਿਛੋਕੜ ਹੈ ਜੀ, ਅਸੀਂ ਤਾਂ ਇੰਨੇ ਦਾਦਿਆਂ ਤੋਂ ਜਿਹੜੇ ਇਸ ਪਾਰਟੀ ਦੀਆਂ ਨੀਤੀਆਂ ਪ੍ਰੋਗਰਾਮਾਂ ਨਾਲ ਜੁੜੇ ਹੋਏ ਆ, ਫਿਰ ਕੀ ਹੋ ਜਾਂਦਾ ਹੈ ਕਿ ਥੋੜ੍ਹੇ ਚਿਰ ਬਾਅਦ ਜਿਹੜਾ ਤੁਸੀਂ ਪਾਰਟੀ ਜਿਹਨੂੰ ਤੁਸੀਂ ਹੁਣ ਤੱਕ ਇਹ ਕਹਿੰਦੇ ਆ ਰਹੇ ਹੋ ਕਿ ਇਹ ਫਲਾਨੀ ਪਾਰਟੀ ਹੈ, ਫਿਰਕੂ ਹੈ ਜਾਂ ਗੈਰ ਫਿਰਕੂ ਹੈ, ਫਿਰ ਛਾਲ ਮਾਰ ਕੇ ਤੁਸੀਂ ਉਹਦੇ ਜਾਂਦੇ ਹੋ। ਦੂਜੇ ਪਾਸੇ ਜਿਹੜੇ ਉਸ ਪਾਰਟੀ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੈ ਤੇ ਉਹ ਕਦੇ ਪਰਵਾਹ ਨਹੀਂ ਕਰਦੀ ਕਿ ਸਾਡੀ ਸਟੇਟ ਦੀ ਲੀਡਰਸ਼ਿਪ ਇਹਦੇ 'ਤੇ ਖੁਸ਼ ਹੈ ਜਾਂ ਉਹਨਾਂ ਦੀ ਰਾਏ ਨਹੀਂ ਲੈਂਦੀ। ਉਹਨਾਂ ਨੂੰ ਇੱਕ ਵੱਡਾ ਲੀਡਰ ਆ ਰਿਹਾ ਸਾਡੇ ਕੋਲੇ, ਉਹਨੂੰ ਚੁੱਪ ਕਰਕੇ ਉਹਦੇ ਗਲ 'ਚ ਸਰੋਪਾ ਪਾ ਦਿਓ। ਸੋ ਜਦੋਂ ਇਸ ਲੈਵਲ 'ਤੇ ਸਾਡੀਆਂ ਪਾਰਟੀਆਂ ਦਾ, ਸਾਡੀ ਸਿਆਸਤ ਦਾ ਜਿਹੜਾ ਹੈ ਉਹ ਨਿਘਾਰ ਆ ਗਿਆ, ਤੇ ਫਿਰ ਸਾਨੂੰ ਜਿਹੜਾ ਹੈਗਾ ਸਿੱਧੂ ਸਾਹਿਬ ਇਹਨੂੰ ਸਾਰੀ ਗੱਲ ਦਾ ਮੰਥਨ ਕਰਨਾ ਪਏਗਾ ਜੇ ਤੁਸੀਂ ਗੱਲ ਮੁੱਦਿਆਂ ਦੀ ਕਰ ਰਹੀ ਹੈ। ਕਿਉਂਕਿ ਮੁੱਦੇ ਤਾਂ ਇਹ ਉਹੀ ਨੇ, ਠੀਕ ਹੈ, ਇਹ ਹੜ੍ਹ ਹੁਣ 1988 'ਚ ਆਏ ਸੀ, 93 'ਚ ਆਏ ਸੀ, ਹੁਣ ਆਏ ਹੈ। ਤੇ ਜੇ ਆਪਾਂ ਇਹ ਕਹੀਏ ਕਿ ਉੱਥੇ ਬੰਨਾਂ 'ਚ ਜੀ ਪਾੜ ਇਸ ਕਰਕੇ ਪੈ ਗਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਸੀ, ਜੇ ਕੋਈ ਹੋਰ ਮੁੱਖ ਮੰਤਰੀ ਹੁੰਦਾ ਫਿਰ ਕਿਹੜਾ ਬੰਨ ਪੂਰੇ ਜਾਣੇ ਸੀ, ਪਹਿਲਾਂ ਕਿਹੜਾ 88 'ਚ ਕਿਹੜਾ ਇੱਦਾਂ ਹੋਇਆ ਨਹੀਂ ਜਾਂ 93 'ਚ ਹੋਇਆ। ਇਹ ਜਿਹੜੀ ਕੁਦਰਤੀ ਆਫਤ ਨੂੰ ਤੁਸੀਂ ਇਸ ਤਰੀਕੇ ਦੀ ਇਲਜ਼ਾਮ ਤਰਾਸ਼ੀ ਨਾਲ ਜੋੜੋਗੇ, ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਅਸੀਂ ਹੱਲ ਕੱਢਣ ਵੱਲ ਜਿਹੜੀ ਗੱਲ ਜਾ ਰਹੇ ਹਾਂ। ਹਾਂ, ਮੈਂ ਜਿਹੜੀ ਗੱਲ ਜਿੱਦਾਂ ਭੁੱਲਰ ਸਾਹਿਬ ਨੇ ਕੀਤੀ ਜਾਂ ਹੋਰ ਹੈ ਕਿ ਬਹੁਤ ਗੰਭੀਰਤਾ ਨਾਲ ਜਿਹੜੀਆਂ ਇਹ ਗੱਲਾਂ ਜਿਹੜੀਆਂ ਜੇ ਟਵੀਟ ਵੀ ਹੋ ਰਹੇ ਨੇ, ਜਾਂ ਬਰਾਗੀ ਸਾਹਿਬ ਨੇ ਜਿਹੜੀ ਗੱਲ ਕੀਤੀ ਕਿ ਲੋਕਾਂ ਨੂੰ ਕਿਉਂ ਚੰਗੇ ਲੱਗਦੇ ਨੇ, ਮੈਂ ਵੀ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਲੋਕਾਂ ਨੂੰ ਕਿਉਂ ਚੰਗੇ ਲੱਗਦੇ ਨੇ, ਕਿਉਂਕਿ ਅਸੀਂ ਜਿਹੜੀ ਰਾਜਨੀਤੀ ਉਹ ਪਰਸਨੈਲਿਟੀਜ਼ ਦੇ ਉੱਪਰ ਲੈ ਆਏ ਹਾਂ, ਅਸੀਂ ਬੰਦਿਆਂ ਦੇ ਉੱਪਰ ਲੈ ਆਏ ਹਾਂ ਕਿ ਜੇ ਆਹ ਬੰਦਾ ਅੱਗੇ ਹੈ ਤਾਂ ਦੇਖੋ ਜੀ ਆਹ ਸਾਡਾ ਲੀਡਰ ਅੱਗੇ ਹੈ ਤਾਂ ਅਸੀਂ ਜਿੱਤਾਂਗੇ ਜਾਂ ਹੋਰ ਹੈ। ਅਸੀਂ ਪਾਰਟੀ ਪ੍ਰੋਗਰਾਮਾਂ ਨੂੰ, ਮੁੱਦਿਆਂ ਨੂੰ ਅਸੀਂ ਭੁੱਲ ਗਏ ਹਾਂ। ਅਸੀਂ ਪਾਰਟੀ ਦੀਆਂ ਸਾਡੀਆਂ ਨੀਤੀਆਂ ਕੀ ਨੇ, ਉਹ ਕੀ ਹੈ, ਸਾਡੀ ਸਟੇਟ ਦਾ ਕੀ ਸਟੇਟਸ ਹੈ, ਉਹ ਕੀ ਹੈ। ਹੁਣ ਕਮਾਲ ਦੀ ਗੱਲ ਇਹ ਦੇਖੋ ਵੀ ਚਲੋ ਤੁਹਾਡੀ ਆਮ ਆਦਮੀ ਪਾਰਟੀ ਨਾਲ ਨਹੀਂ ਬਣਦੀ, ਭਗਵੰਤ ਮਾਨ ਨਾਲ ਨਹੀਂ ਬਣਦੀ, ਜਿਹੜੇ ਪੰਜਾਬ ਦੇ ਜੈਨੂਨ ਮੁੱਦੇ ਤੇ ਉਹਦੇ ਵੀ ਤੁਸੀਂ ਗਵਰਨਰ ਦੀ ਸਪੋਰਟ ਕਰੀ ਜਾਂਦੇ ਹੋ। ਜਿਹੜਾ ਇੱਕ ਬੀਜੇਪੀ ਦਾ ਇੱਕ ਹੈਂਡਲਰ ਹੈ ਜਿਹੜਾ ਉੱਥੇ ਬੈਠਾ ਹੋਇਆ ਆਪਣੀ ਜਿਹੜੀ ਉਹ ਰਾਜਨੀਤੀ ਕਰ ਰਿਹਾ। ਸੋ ਮੈਨੂੰ ਲੱਗਦਾ ਕਿ ਜਦੋਂ ਅਸੀਂ ਜੇ ਸਟੇਟ ਦੀ ਗੱਲ ਕਰ ਰਹੇ ਹਾਂ, ਸਾਡਾ ਫੈਡਰਲਿਜ਼ਮ ਕਿੱਥੇ ਗਿਆ? ਅਕਾਲੀ ਦਲ ਉਹੀ ਅਕਾਲੀ ਦਲ ਹੈ ਜਿਹਨੇ ਅਨੰਦਪੁਰ ਸਾਹਿਬ ਦੇ ਮਤੇ ਤੇ ਮੋਰਚੇ ਲਾਏ, ਲੜੇ ਆ। ਹੁਣ ਅਕਾਲੀ ਦਲ ਦੀ ਪੋਲਿਟਿਕਸ 'ਚੋਂ ਫੈਡਰਲਿਜ਼ਮ ਕਿੱਧਰ ਗਿਆ? ਤੇ ਪੂਰੇ ਦੇਸ਼ ਦੀਆਂ ਪਾਰਟੀਆਂ, ਮੈਨੂੰ ਯਾਦ ਹੈ ਕਿ ਅਕਾਲੀ ਦਲ ਵੱਲ ਅਕਾਲੀ ਦਲ ਬਾਦਲ ਸਾਹਿਬ ਵੱਲ ਜਾਂ ਵੱਡੇ ਜਿਹੜੇ ਲੀਡਰ ਸੀ ਬਰਨਾਲਾ ਸਾਹਿਬ, ਟੌੜਾ ਸਾਹਿਬ, ਉਹਨਾਂ ਦੇ ਮੂੰਹ ਵੱਲ ਦੇਖਦੇ ਹੁੰਦੇ ਸੀ ਵੀ ਕੀ ਬੋਲਦੇ ਆ ਫੈਡਰਲਿਜ਼ਮ ਦੇ ਇਸ਼ੂ ਤੇ, ਪਰ ਹੁਣ ਸਾਡੇ ਕੋਲ ਕਿਤੇ ਨਹੀਂ। ਜੀ ਥੈਂਕ ਯੂ। ਸੰਖੇਪ ਦੇ ਵਿੱਚ ਭੁੱਲਰ ਸਾਹਿਬ, ਬਾਕੀ ਮਹਿਮਾਨਾਂ ਤੋਂ ਮੈਂ ਕਮੈਂਟ ਲੈਣਾ ਚਾਹੂੰਗਾ ਕਿ ਜਦੋਂ ਇਹ ਜਿਹੀਆਂ ਸਥਿਤੀਆਂ ਹੁੰਦੀਆਂ ਤਾਂ ਬਾਕੀ ਪੋਲੀਟੀਕਲ ਪਾਰਟੀਆਂ 'ਚ ਵੀ ਆਪਣੇ ਆਪਣੇ ਅਸੂਲਾਂ ਜਾਂ ਸਿਧਾਂਤਾਂ ਨੂੰ ਲੈ ਕੇ ਜਦੋਂ ਨਗਾਰ ਹੁੰਦਾ ਹੈ ਤਾਂ ਹੀ ਇਹੋ ਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ। ਜਿਵੇਂ ਰਪਾਲ ਹੋਣਾ ਨੇ ਕਿਹਾ ਕਿ ਆਪਾਂ ਗਵਰਨਰ ਦੇ ਮਾਮਲੇ 'ਚ ਕਹਿ ਲਈ ਉੱਦਾਂ ਫੈਡਰਲ ਸਿਸਟਮ ਦੀ ਅਸੀਂ ਹਮਾਇਤ ਕਰਦੇ ਹਾਂ, ਪਰ ਜਦੋਂ ਭਗਵੰਤ ਮਾਨ ਨਾਲ ਪੰਗਾ ਪੈਂਦਾ, ਰੌਲਾ ਪੈਂਦਾ, ਤਾਂ ਆਪਾਂ ਗਵਰਨਰ ਦੇ ਜਾ ਕੇ ਮੈਮੋਰੰਡਮ ਦਿੰਦੇ ਹਾਂ ਕਿ ਸਰਕਾਰ ਗਲਤ ਕਰ ਰਹੀ ਹੈ। ਸਮਾਂ ਥੋੜਾ ਸੀਮਿਤ ਹੈ। ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਜਵਾਬ ਜ਼ਰੂਰ ਚਾਹੂੰਗਾ। ਸਿੱਧੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਠੀਕ ਹੈ, ਇਹਨਾਂ ਨੇ ਇਸ ਗੱਲ ਦੇ ਉੱਤੇ ਸਵਾਲ ਚੱਕਿਆ ਕਿ ਜੀ ਅਕਾਲੀ ਦਲ ਅੱਜ ਕਿਉਂ ਨਹੀਂ ਇਸ ਗੱਲ ਦੇ ਉੱਤੇ ਬੋਲ ਰਿਹਾ ਜਾਂ ਗਵਰਨਰ ਸਾਹਿਬ ਦੀ ਕਿਉਂ ਹਮਾਇਤ ਕਰ ਰਿਹਾ। ਜਿਸ ਵਿਅਕਤੀ ਦਾ ਇੱਕ ਕਿਰਦਾਰ ਹੀ ਇਹ ਬਣ ਗਿਆ ਹੋਵੇ ਕਿ ਜ਼ਰੂਰਤ ਜੇ ਆਪਣੀ ਹੈਗੀ ਹੈ ਤੇ ਚਿੱਠੀ ਲੈ ਕੇ ਤੁਸੀਂ ਗਵਰਨਰ ਕੋਲ ਪਹੁੰਚ ਜਾਂਦੇ ਹੋ ਕਿ ਸਾਡੇ ਦਫ਼ਤਰ ਨੂੰ ਜੀ ਚੰਡੀਗੜ੍ਹ ਦੇ ਜਗ੍ਹਾ ਤੋਂ, ਉੱਧਰ ਤਾਂ ਪੰਜਾਬ ਡੁੱਬ ਰਿਹਾ ਹੋਵੇ ਤੇ ਤੁਸੀਂ ਦਫ਼ਤਰ ਵਾਸਤੇ ਜਗ੍ਹਾ ਮੰਗਣ ਚਲੇ ਜਾਂਦੇ ਹੋ। ਤੇ ਜੇ ਕੋਈ ਪੰਜਾਬ ਦੀ ਜਾਂ ਚੰਡੀਗੜ੍ਹ ਦੀ ਗੱਲ ਆਵੇ ਤਾਂ ਤੁਸੀਂ ਗੱਲ ਨਹੀਂ ਕਰਨਾ ਚਾਹੁੰਦੇ, ਤੁਸੀਂ ਕਹਿੰਦੇ ਗਵਰਨਰ ਹੁੰਦਾ ਕੌਣ ਹੈ, ਮੈਂ ਉਹਦੇ ਨਾਲ ਗੱਲ ਹੀ ਨਹੀਂ ਕਰਨੀ। ਇਹ ਤੇ ਉਸ ਜਿਹਨੂੰ ਕਹਿੰਦੇ ਰੁੱਸੇ ਹੋਏ ਫੁੱਫੜ ਵਾਲੀ ਗੱਲ ਹੈ ਕਿ ਜਿਹਨੇ ਵਿਆਹ ਦੇ ਵਿੱਚ ਪੰਗਾ ਪਾਈ ਰੱਖਣਾ, ਔਰ ਜਿੰਨਾ ਮਰਜ਼ੀ ਉਹਨੂੰ ਮਨਾ ਲਓਗੇ ਉਹਨੇ ਕੁਛ ਨਾ ਕੁਛ ਕਰਨਾ ਹੀ ਕਰਨਾ ਉਹਦੇ ਵਿੱਚ। ਇਹ ਪੱਕਾ ਧਾਰਿਆ ਹੋਇਆ ਹੈ, ਇਸ ਕਰਕੇ ਕਹਾਣੀਆਂ ਬਣੀਆਂ ਨੇ ਕਿ ਫੁੱਫੜ ਨੇ ਰੁੱਸਣਾ ਹੀ ਰੁੱਸਣਾ, ਜੀਜੇ ਨੇ ਰੁੱਸਣਾ ਹੀ ਰੁੱਸਣਾ। ਤੇ ਇਹ ਉਹੀ ਫੁੱਫੜ ਬਣ ਕੇ ਬੈਠਾ ਹੋਇਆ ਹੈ ਮੁੱਖ ਮੰਤਰੀ ਸਾਡਾ ਕਿ ਜਿਹਨੇ ਹਰ ਗੱਲ ਦੇ ਉੱਤੇ ਰੁੱਸ ਕੇ ਹੀ ਚੱਲਣਾ ਹੈ, ਜਿਹੜੇ ਸਿੱਧੇ ਤੌਰ ਤੇ ਚੱਲਣਾ ਨਹੀਂ। ਕਿਉਂਕਿ ਕੇਜਰੀਵਾਲ ਦੇ ਪਦ ਜਿਨ੍ਹਾਂ ਦੇ ਚੱਲਣ ਵਾਲਾ ਹੈਗਾ ਹੈ, ਦਿੱਲੀ ਤੋਂ ਆਪਰੇਟ ਹੁੰਦਾ, ਜੋ ਉੱਥੋਂ ਆਪਰੇਟ ਹੋ ਕੇ ਆਉਂਦਾ ਹੈ, ਉਸ ਤਰੀਕੇ ਨਾਲ ਨਹੀਂ ਚੱਲਣਾ। ਮੈਂ ਇੱਥੇ ਗੱਲ ਕਹੂੰਗਾ ਸਿੱਧੂ ਸਾਹਿਬ, ਪੰਜਾਬ ਦਾ 65,000 ਕਰੋੜ ਰੁਪਈਆ ਅੱਜ ਕੈਨੇਡਾ, ਯੂਰਪ ਜਾਂ ਹੋਰ ਕੰਟਰੀਜ਼ ਵਿੱਚ ਗਿਆ, ਜਿਹੜੇ ਸਟੂਡੈਂਟ ਜਾ ਰਹੇ ਨੇ, ਆਹ 2 ਇਨਟੇਕ ਦੇ ਵਿੱਚ ਇਸ ਸਾਲ 'ਚ ਗਿਆ।
ਔਰ 65 ਰੁਪਏ ਪੰਜਾਬ ਵਾਸਤੇ ਜਿਹੜੇ ਮੁੱਖ ਮੰਤਰੀ ਸਾਹਿਬ ਲੈ ਕੇ ਨਹੀਂ ਆਏ। ਜਿਹੜੇ ਕਹਿੰਦੇ ਅੰਗਰੇਜ਼ਾਂ ਨੂੰ ਲੈ ਆਵਾਂਗੇ, ਮੈਂ ਕਹਿੰਦਾ ਆਪਣੇ ਨਿਆਣੇ ਨੂੰ ਲੈ ਆਉਣ, ਉਹਨਾਂ ਨੂੰ ਧੱਕੇ ਦੇ ਕੇ ਘਰੋਂ ਕੱਢਤਾ ਇਹਨਾਂ ਨੇ। ਜੇ ਮੈਂ ਫਸਲ ਤੌਰ ਦੇ ਉੱਤੇ ਗੱਲ ਕਰਾਂ ਤੇ ਮੈਂ ਇੱਕ ਮਿੰਟ, ਮੈਨੂੰ ਗੱਲ ਕਰ ਲੈਂਦੇ ਹੁਣ ਤੁਸੀਂ। ਜਿਸ ਤਰ੍ਹਾਂ ਦੀ ਗਿਰੀ ਹੋਈ ਰਾਜਨੀਤੀ ਅੱਜ ਮੁੱਖ ਮੰਤਰੀ ਕਰ ਰਹੇ ਨੇ, ਜੇ ਉਹਨਾਂ ਨੂੰ ਪਰਿਵਾਰ ਦੀਆਂ ਕਦਰਾਂ ਕੀਮਤਾਂ ਦਾ ਪਤਾ ਹੁੰਦਾ ਤੇ ਅੱਜ ਆਪਣੇ ਪਰਿਵਾਰ ਨਾਲ ਹੁੰਦੇ। ਓਕੇ, ਥੈਂਕ ਯੂ ਭੁੱਲਰ ਸਾਹਿਬ, ਥੈਂਕ ਯੂ। ਆਪਾਂ ਬਾਕੀ ਮਹਿਮਾਨਾਂ ਦੀ ਕੋਸ਼ਿਸ਼ ਜੀ ਤੁਹਾਡੇ ਕੋਲੋਂ ਵੀ ਸੰਖੇਪ ਦੇ ਵਿੱਚ ਹਰਪਾਲ ਉਹਨਾਂ ਨੇ ਕਿਹਾ ਕਿ ਜਦੋਂ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਆ ਤਾਂ ਦੂਜੀਆਂ ਪਾਰਟੀਆਂ ਦੇ ਅੰਦਰ ਵੀ ਹੁਣ ਕਹਿੰਦੇ ਪਾਰਲੀਮੈਂਟ ਦੇ ਅੰਦਰ ਕੀ ਹੋ ਰਿਹਾ, ਉੱਥੇ ਵਿਰੋਧੀਆਂ ਦੀ ਕੋਈ ਆਪਸ ਦੀ ਇਕਸੁਰਤਾ ਹੀ ਨਹੀਂ ਹੋ ਰਹੀ ਕਿ ਕਿਸੇ ਮੁੱਦੇ ਤੇ ਬੈਠ ਕੇ ਪਾਰਲੀਮੈਂਟ ਦੇ ਅੰਦਰ ਗੱਲ ਨਹੀਂ ਕਰ ਸਕਦੇ ਤਾਂ ਹੋਰ ਕਿੱਥੇ ਕਰਾਂਗੇ। ਇੱਕ ਰੁਝਾਨ ਜਾਂ ਟ੍ਰੈਂਡ ਸਿੱਧੂ ਸਾਹਿਬ ਪਾਰਲੀਮੈਂਟ ਤੋਂ ਲੈ ਕੇ ਹੇਠਾਂ ਤੱਕ ਪਹੁੰਚ ਗਿਆ। ਮਾਮਲਾ ਵੱਡਾ ਹੈ, ਮੇਰੀ ਮਜਬੂਰੀ ਹੈ ਸਮੇਂ ਦੀ ਕੋਸ਼ਿਸ਼ ਜੀ, ਜਵਾਬ ਜ਼ਰੂਰ ਚਾਹੂੰਗਾ ਸੰਖੇਪ ਚ। ਨਹੀਂ ਹਾਂ ਸਿੱਧੂ ਸਾਹਿਬ, ਭਗਵੰਤ ਮਾਨ ਜੀ ਇਸ ਟਾਈਮ ਕਰ ਕੀ ਰਹੇ ਆ, ਪਰਸਨਲ ਕਮੈਂਟਬਾਜੀ ਤੇ ਵਿਸ਼ਵਾਸ ਕਰਕੇ ਡੇਲੀ ਉਹਨਾਂ ਦਾ ਰੋਜ਼ ਕਿਸੇ ਨਾ ਕਿਸੇ ਪ੍ਰਤੀ ਪਰਸਨਲ ਕਮੈਂਟ ਆਂਦਾ। ਉਹ ਸਾਰੀਆਂ ਚੀਜ਼ਾਂ ਛੱਡ ਕੇ ਪੰਜਾਬ ਦੀ ਰਾਜਨੀਤੀ ਵੱਲ ਧਿਆਨ ਦੇਣ, ਪੰਜਾਬ ਦੇ ਮੁੱਦੇ ਵੱਲ ਧਿਆਨ ਦੇਣ। ਆਗੀ ਸਾਹਿਬ ਨੇ ਵੀ ਇਹੀ ਸਾਰਿਆਂ ਨੂੰ ਸੁਧਰਨਾ ਚਾਹੀਦਾ। ਹੁਣ ਰੁਪਾਲ ਸਾਹਿਬ ਨੇ ਗੱਲ ਕੀਤੀ ਹੈਂਡਲਰ, ਗਵਰਨਰ ਹੈਂਡਲਰ ਕਿਹਾ, ਉਹਨਾਂ ਨੂੰ ਇਹ ਨਹੀਂ ਪਤਾ ਵੀ ਸੰਵਿਧਾਨਿਕ ਪੋਸਟ ਤੇ ਬੈਠੇ ਹੋਏ ਆ। ਰੁਪਾਲ ਜੀ ਬੁੱਧੀਜੀਵੀ ਕਰਕੇ ਬੈਠਾ ਹੈ, ਮੂੰਹ 'ਚ ਦਹੀਂ ਜਵਾ ਕੇ ਬੈਠਾ ਆ, ਤਾਂ ਪ੍ਰੋਬਲਮ ਆ ਰਹੀ ਹੈ। ਜਿਹੜੇ ਸ਼ਬਦਾਂ ਦੀ ਤੁਸੀਂ ਗੱਲ ਕੀਤੀ ਨਾ, ਗੁਰਬਾਣੀ ਦੇ ਸ਼ਬਦ ਹੈਗੇ ਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਮੈਂ ਗੁਰਬਾਣੀ ਦੇ ਸ਼ਬਦਾਂ ਦੇ ਵਿੱਚ ਚੀਨਾ, ਮੈਂ ਆਪਣੇ ਕੋਲ ਨਹੀਂ ਹੈਗੇ ਗੁਰਬਾਣੀ ਦੇ ਵਿੱਚ, ਕਿਤੇ ਭੁਲੇਖੇ 'ਚ ਨਾ ਰਹੀਓ। ਇੱਕ ਮੈਂ ਕਿਉਂ ਕਹਿ ਰਿਹਾ, ਮੈਂ ਤੁਸੀਂ ਗੱਲ ਸੁਣੀ ਨਹੀਂ, ਮੈਂ ਕਹਿ ਰਿਹਾ ਵੀ ਜਿਹੜੇ ਮਸਟੰਡੇ ਹੁੰਦੇ ਆ ਲੋਕਾਂ ਨੂੰ ਤੰਗ ਕਰਦੇ, ਤੇ ਇਦਾਂ ਦੇ ਲੋਕ ਜੇ ਰਾਜਨੀਤੀ ਜਾਗੋ ਤੇ ਸਾਰਿਆਂ ਨੂੰ ਤੰਗ ਕਰਨਗੇ, ਤੇ ਇਦਾਂ ਦੇ ਲੋਕ ਆਏ ਹੋਏ ਆ। ਨਹੀਂ ਆਏ ਹੋਏ ਤਾਂ ਦੱਸ ਦਿਓ। ਭਗਵੰਤ ਮਾਨ ਜੀ ਦੀ ਬਿਆਨਬਾਜ਼ੀ ਕੋਈ ਜਾਇਜ਼ ਬਿਆਨਬਾਜ਼ੀ ਹੈ? ਆਪਾਂ ਦੱਸੋ ਪੰਜਾਬ ਨੂੰ ਕਿੰਨੇ ਅੱਗੇ ਲੈ ਕੇ ਗਏ। ਇਹਦੇ ਵਿੱਚ ਬੁੱਧੀਜੀਵੀ ਰੁਪਾਲ ਸਾਹਿਬ ਪੁੱਛਣ ਨਾ, ਪੱਤਰਕਾਰ ਹੈਗੇ ਆ, ਰੁਪਾਲ ਸਾਹਿਬ ਰੋਜ਼ ਪੁੱਛਣ ਭਗਵੰਤ ਮਾਨ ਨੂੰ ਵੀ ਤੁਸੀਂ ਕੀ ਕੰਮ ਕਰ ਰਹੇ ਹੋ। ਪੁੱਛਣਾ ਚਾਹੀਦਾ, ਫਰਜ਼ ਹੈ, ਕਿਉਂਕਿ ਸਰਕਾਰ ਉਹਨਾਂ ਦੀ ਹੈ। ਬਹੁਤ ਸਾਰੇ ਪੱਤਰਕਾਰ, ਸਰਕਾਰ ਦਾ ਜਵਾਬ ਦੇਣਾ ਚਾਹੀਦਾ। ਕੁਛ ਹੈ ਜੀ, ਸਮੇਂ ਦੀ ਮਜਬੂਰੀ ਹੈ, ਪੁੱਛਦੇ ਵੀ ਹੈ ਜਰਨਲਿਸਟ, ਪਰ ਪੁੱਛਿਆ ਜਾਣਾ ਚਾਹੀਦਾ ਵੀ ਹੈ। ਇਹਦੇ ਬਾਰੇ ਕੋਈ ਦੋ ਰਾਹ ਨਹੀਂ। ਅੰਮ੍ਰਿਤ ਗੱਲ ਤੁਸੀਂ ਕਿਵੇਂ ਦੇਖਦੇ ਹੋ ਸਥਿਤੀ ਦੇ? ਕਿਤੇ ਸਥਿਤੀ ਇਹ ਬਣੀ ਵੀ ਹੈ ਕਿ ਟੌਪ ਤੋਂ ਕੌਮੀ ਲੀਡਰਸ਼ਿਪ ਤੋਂ ਲੈ ਕੇ ਹੇਠਾਂ ਤੱਕ ਇਸ ਤਰ੍ਹਾਂ ਦਾ ਨਗਾਰ ਹੈ ਜਿਹਦੇ ਕਰਕੇ ਸਥਿਤੀ ਦਾ ਪੰਜਾਬ 'ਚ ਇਹ ਝਲਕ ਦੇਖਣ ਨੂੰ ਆਪਾਂ ਨੂੰ ਮਿਲ ਰਹੀ ਹੈ। ਕੋਈ ਸਿਧਾਂਤ ਨਹੀਂ, ਕੋਈ ਲੋਕਾਂ ਦੇ ਭਲੇ ਦੀ ਗੱਲ ਨਹੀਂ, ਸਿਰਫ ਨਿੱਜੀ ਟਾਰਗੇਟ ਹੈ ਕਿ ਕਿਵੇਂ ਜਿਹੜੀ ਸੱਤਾ ਹਾਸਲ ਕੀਤੀ ਜਾ ਸਕਦੀ ਹੈ। ਜੀ ਅਮਰਤ ਗਿੱਲ। ਬਿਲਕੁਲ ਆਈਡੀਓਲੋਜੀਕਲੀ ਆਪਦੇ ਆਪ ਨੂੰ ਹਮੇਸ਼ਾ ਪ੍ਰੈਜ਼ੈਂਟ ਰੱਖਣਾ ਵੀ ਭਗਵੰਤ ਮਾਨ ਵਰਸਸ ਅੱਜ ਦੇ ਟਾਈਮ ਦੇ ਵਿੱਚ ਜਿਹੜੇ 2 ਦਿਨ ਦਾ ਸੈਸ਼ਨ ਵੀ ਹੋਇਆ ਉਹਦੇ ਤੇ ਵੀ ਵੱਡਾ ਕੁਐਸਚਨ ਮਾਰਕ ਲੱਗ ਗਿਆ, ਕਿਉਂਕਿ ਭਗਵੰਤ ਮਾਨ ਵਰਸਸ ਗਵਰਨਰ ਹੋ ਗਿਆ। ਕਿੰਨਾ ਚੱਲਦਾ ਅਲਟੀਮੇਟਲੀ, ਜੇ ਉਹ ਵੈਲਿਡ ਨਾ ਹੋਇਆ, ਇਲੀਗਲ ਹੋ ਕੇ ਕੈਂਸਲ ਹੋ ਜਾਂਦਾ ਤਾਂ ਨੁਕਸਾਨ ਕਿਹਦਾ? ਨੁਕਸਾਨ ਪੰਜਾਬ ਦਾ, ਭੁਗਤ ਪੰਜਾਬ ਰਿਹਾ ਹੈ। ਭਾਵੇਂ ਕਿਸੇ ਪਾਰਟੀ ਦੇ ਕੋਈ ਵੀ ਲੀਡਰਸ਼ਿਪ ਦੀ ਲੜਾਈ ਹੈ ਜਾਂ ਕੁਝ ਵੀ ਹੈ, ਤਾਂ ਧਿਆਨ ਸਾਰਾ ਸਾਡਾ ਜਿਹੜਾ ਹੈਗਾ ਫੋਕਸ ਭਗਵੰਤ ਮਾਨ ਦੀ ਇਨਐਫੀਸ਼ੀਐਂਸੀ ਤੋਂ ਹਟ ਕੇ ਸਾਰੇ ਪਾਸੇ ਜਾਂਦਾ ਹੈ, ਔਰ ਉਹ ਜਾਣਾ ਨਹੀਂ ਚਾਹੀਦਾ ਹੈਗਾ। ਪਰ ਇਹ ਬਹੁਤ ਸਮਾਰਟ ਹੈ ਸਰਕਾਰ, ਔਰ ਇਹ ਬਾਰ-ਬਾਰ ਜਦੋਂ ਕੋਈ ਆਪੋਜੀਸ਼ਨ ਵੀ ਕਿਸੇ ਮੁੱਦੇ ਨੂੰ ਚੱਕਣ ਦੀ ਕੋਸ਼ਿਸ਼ ਕਰਦੀ ਹੈ, ਕੋਈ ਨਾ ਕੋਈ ਇਹੋ ਜਿਹਾ ਚੀਜ਼ ਲਿਆ ਦਿੰਦੇ ਨੇ ਕਿ ਸਾਰਿਆਂ ਦਾ ਧਿਆਨ ਭਟਕਾ ਦਿੰਦੇ ਨੇ। ਥੈਂਕ ਯੂ। ਇਸ ਮਾਮਲੇ ਦੇ ਡਾਕਟਰ ਬਰਾਗੀ ਤੁਹਾਡੇ ਵੀ ਸੰਖੇਪ ਵਿੱਚ ਕਮੈਂਟ ਜ਼ਰੂਰ ਮੈਂ ਲੈਣਾ ਚਾਹੁੰਦਾ। ਮੈਂ ਦੇਖੋ ਜੀ, ਕਿਉਂਕਿ ਗੱਲ ਬੁੱਧੀਜੀਵੀਆਂ ਦੀ ਵੀ ਹੁੰਦੀ ਹੈ। ਨਿੱਜੀ ਜ਼ਿੰਦਗੀ 'ਚ ਕਿਸੇ ਦੀ 'ਚ ਵੀ ਨਹੀਂ ਜਾਣਾ ਚਾਹੀਦਾ। ਜਦੋਂ ਕਦੀ ਮੈਂ ਸੁਰਤ ਸੰਭਾਲੀ ਆ, ਅਸੀਂ ਮੋਨਿਕਾ ਲਵਿੰਗਸੀ ਕੇਸ ਵੀ ਦੇਖਿਆ ਵਾ ਜਿਹੜਾ USA ਵਿੱਚ ਹੋਇਆ ਸੀਗਾ। ਉਦੋਂ ਬਾਅਦ ਵੀ ਕਈ ਇਨਸੀਡੈਂਟ ਹੋਇਆ। ਇਹਦੇ ਨਾਲ ਸਮਾਜ ਨੂੰ ਕੋਈ ਬੜਾ ਫਾਇਦਾ ਨਹੀਂ ਹੋਇਆ, ਇਹੋ ਜਿਹੀਆਂ ਚਰਚਾਵਾਂ ਜਾਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ। ਮਾਨ ਸਾਹਿਬ ਕੀ ਕਰਦੇ ਨੇ, ਕੈਪਟਨ ਸਾਹਿਬ ਕੀ ਕਰਦੇ ਨੇ, ਆਪਾਂ ਰੂਸਾ ਕੇਸ ਵੀ ਬੜਾ ਬਨੇਰੇ ਤੇ ਚੜ ਕੇ ਗਾਇਆ। ਇਹਦੇ ਨਾਲ ਪੰਜਾਬ ਦਾ ਫਾਇਦਾ ਨਹੀਂ ਹੋਣਾ। ਹਾਂ, ਇੱਕ ਅਲਾਂਭਾ ਪੰਜਾਬੀਆਂ ਦਾ ਮੌਜੂਦਾ ਸਰਕਾਰ ਦੇ ਸਿਰ ਜ਼ਰੂਰ ਰਹੂਗਾ ਬਈ ਜਿਹੜੀ ਤੁਸੀਂ ਭ੍ਰਿਸ਼ਟਾਚਾਰ ਦੀ ਮੁਹਿੰਮ ਨੂੰ ਹੁਣ ਠੱਲ ਪਾਤੀ ਆ ਜਾਂ ਇੱਕ ਨੱਕਾ ਲਾਤਾ, ਇੱਕ ਧਿਰਲੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਮੈਚ ਫਿਕਸ ਹੋ ਰਹੇ ਆ। ਅੱਜ ਮਨਪ੍ਰੀਤ ਸਿੰਘ ਬਾਦਲ ਦੇ ਕਿੰਨੂਆਂ ਦੀ ਤਾਂ ਗੱਲ ਹੋ ਰਹੀ ਆ, ਫਾਰਮਰ ਹੈਲਥ ਮਿਨਿਸਟਰ ਦੇ ਕਰੋਨਾ ਕਾਲ ਵਿੱਚ ਕੀਤੇ ਕੱਪੜਿਆਂ ਦੀ ਗੱਲ ਨਹੀਂ ਹੋ ਰਹੀ। ਇਹ ਜਾਇਜ਼ ਨਹੀਂ। ਪੰਜਾਬੀ ਚਾਹੁੰਦੇ ਆ, ਕਿਸੇ ਨੇ ਵੀ ਕਰਪਸ਼ਨ ਕੀਤੀ ਆ, ਅੱਜ ਉਹਨੂੰ ਕਟਹਿਰੇ ਵਿੱਚ ਲਿਆਓ, ਆਪਦੀ ਡਿਊਟੀ ਪਹਿਚਾਣੋ। ਤੁਹਾਨੂੰ ਮੈਂਡੇਟ ਦਿੱਤਾ, ਐਟ ਦੀ ਐਂਡ ਤੁਸੀਂ ਪਬਲਿਕ ਦੇ ਸਰਵੈਂਟ ਹੋ, ਤੁਸੀਂ ਪਬਲਿਕ ਦੇ ਦਿੱਤੇ ਹੋਏ ਟੈਕਸ ਵਿੱਚੋਂ
ਪੈਸੇ ਲੈਂਦੇ ਹੋ, ਤਨਖਾਹਾਂ ਲੈਂਦੇ ਹੋ ਤੇ ਤੁਸੀਂ ਪਬਲਿਕ ਨਾਲ ਆਪਦੀਆਂ ਪਰਿਵਾਰ ਜਾਂ ਆਪਦੇ ਆਪ ਨੂੰ ਪਾਲਦੇ ਹੋ, ਉਹਨਾਂ ਨਾਲ ਦੁਖਾਂਤ ਨਾ ਵਰਤਾਓ, ਕਿਉਂਕਿ ਤੁਹਾਨੂੰ ਆਉਂਦੀਆਂ ਜਨਰੇਸ਼ਨਾਂ ਕੋਸਣ ਅੱਜ Thank you. ਨਿੱਜੀ ਜ਼ਿੰਦਗੀ ਵਿੱਚ ਝਾਕਣ ਦਾ ਕਿਸੇ ਦਾ ਵੀ ਸਮਾਂ। ਮਿਹਰਬਾਨੀ ਪ੍ਰਿੰਸੀਪਲ, ਕਿਉਂਕਿ ਮੀਡੀਆ ਦੀ ਗੱਲ ਹੋਈ ਹੈ, ਗੋਸ਼ਾ ਜੀ ਨੇ ਬਿਲਕੁਲ ਸਵਾਲ ਉਠਾਇਆ ਕਿ ਮੀਡੀਆ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਬਣਦੀ ਹੈ। ਲਾਸਟ ਕਮੈਂਟ। ਦੇਖੋ ਗੋਸ਼ਾ ਜੀ ਦੀ ਹੁਣ ਗੱਲ ਦਾ ਮੈਂ ਕੀ ਜਵਾਬ ਦੇਵਾਂ, ਕਿਉਂਕਿ ਗੁਰਬਾਣੀ ਦੇ ਠੀਕ ਹੈ ਹਵਾਲੇ ਨਾਲ ਗੱਲ ਕਰ ਰਹੇ ਆ, ਪਰ ਉਹਨਾਂ ਨੇ ਸਪਸ਼ਟ ਕਿਹਾ ਕਿ ਮਸਟੰਡੇ ਹੁਣ ਆ ਗਏ ਆ। ਦੂਜੀ ਗੱਲ, ਥੋੜਾ ਜਿਹਾ ਆਪਣੀ ਪਾਰਟੀ ਵੱਲ ਝਾਤ ਮਾਰ ਲੈਣ। ਮੈਂ ਨਾਂ ਨਹੀਂ ਲਵਾਂਗਾ, ਪਿੱਛੇ ਜੋ ਪਹਿਲਵਾਨਾਂ ਦਾ ਐਡਾ ਵੱਡਾ ਜੋ ਸੰਘਰਸ਼ ਚੱਲਿਆ ਸਾਡੇ ਸਾਹਮਣੇ ਹੈ, ਤੇ ਇਸ ਗੱਲ ਨੂੰ ਥੋੜਾ ਜਿਹਾ ਇਹ ਕਰਨ ਕਿ ਜਦੋਂ ਤੁਸੀਂ ਦੂਜੇ ਨੂੰ ਗੱਲ ਕਹਿੰਦੇ ਹੋ ਨਾ, ਤੇ ਤੁਹਾਨੂੰ ਆਪਣੀਆਂ ਪਾਰਟੀ ਬਾਰੇ ਜਾਂ ਹੋਰ ਹੈ ਉਹਦਾ ਵੀ ਤੁਹਾਨੂੰ ਥੋੜਾ ਮੋਟਾ ਜਿਹੜਾ ਹੈ ਗਿਆਨ ਹੋਣਾ ਚਾਹੀਦਾ। ਮੈਂ ਗਵਰਨਰ ਸਾਹਿਬ ਦੀ ਜੋ ਗੱਲ ਕੀਤੀ ਹੈ ਮੈਂ ਤਾਂ ਕੀਤੀ ਹੈ, ਉਹ ਇੱਥੇ ਜਦੋਂ ਪੋਲੀਟੀਕਲ ਕੰਪੇਨ ਚਲਾਉਂਦੇ ਆ, ਉਹ ਪਾਕਿਸਤਾਨ ਵਾਲੇ ਪਾਸੇ ਮੂੰਹ ਕਰਕੇ ਕਹਿੰਦੇ ਆ ਕਿ ਇੱਥੇ ਡਰੋਨ ਆ ਰਹੇ ਨੇ, ਇੱਥੇ ਨਸ਼ੇ ਆ ਰਹੇ ਨੇ, ਸਕੂਲਾਂ ਵਿੱਚ ਨਸ਼ੇ ਆ ਰਹੇ ਨੇ। ਇਹ ਜਿਹੜਾ ਹੈ ਕੋਈ ਗਵਰਨਰ ਦਾ ਜਿਹੜਾ ਹੈ ਇਹ ਕੰਮ ਨਹੀਂ ਹੈਗਾ ਇੱਥੇ ਕਰਨ ਦਾ। ਨਹੀਂ ਗਲਤ ਗੱਲ ਕਹਿ ਰਹੇ ਸੀ ਉਹ। ਤੇ ਇਸ ਕਰਕੇ ਇਹ ਹੈ ਕਿ ਸਿਰਫ ਤੇ ਸਿਰਫ ਮੈਂ ਉਹੀ ਫਿਰ ਦੁਬਾਰਾ ਗੱਲ ਕਹਿਣਾ ਕਿ ਸਿਰਫ ਇੱਕ ਟਾਰਗੇਟ, ਠੀਕ ਹੈ ਇਹ ਬਹੁਤ ਮਾੜੀ ਗੱਲ ਹੈ, ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਆਪਣਾ ਸਪੋਕਸਮੈਨ ਜ਼ਰੂਰ ਭੇਜਣਾ ਚਾਹੀਦਾ ਤੇ ਜਿਹੜਾ ਉਹ ਗੱਲ ਕਰੇ, ਆਪਣੀ ਪਾਰਟੀ ਦੀ ਗੱਲ ਕਰੇ, ਆਪਣੀ ਸਰਕਾਰ ਦੀ ਗੱਲ ਕਰੇ। ਜਿਹੜਾ ਬਰਾਗੀ ਸਾਹਿਬ ਨੇ ਜੋ ਕੀਤਾ ਇਹ ਬਹੁਤ ਵੱਡਾ ਜਿਹੜਾ ਹੈਗਾ ਇਹ ਸਵਾਲ ਹੈ ਕਿ ਜਿਹੜੇ 2-3 ਇਸ਼ੂ ਲੈ ਕੇ ਇਹ ਪਾਰਟੀ ਆਈ ਸੀ, ਪਹਿਲਾਂ ਵੀ ਆਉਂਦੀਆਂ ਰਹੀਆਂ ਪਾਰਟੀਆਂ ਇਹਨਾਂ ਇਸ਼ੂ ਦੇ ਉੱਪਰ ਹੀ, ਤੇ ਉਹਦਾ ਅਜੇ ਕੋਈ ਗੱਲ ਤਣ ਪੱਤਣ ਨਹੀਂ ਲੱਗੀ ਜੋ ਲੱਗਣੀ ਚਾਹੀਦੀ ਸੀ, ਬਜਾਏ ਇਸ ਦੇ ਕਿ ਤੁਸੀਂ ਪਰਸਨਲ ਲੋਕਾਂ ਦੇ ਉੱਪਰ ਕਮੈਂਟ ਕਰੋ। ਬਹੁਤ ਬਹੁਤ ਮਿਹਰਬਾਨੀ, ਸਾਰੇ ਮਹਿਮਾਨਾਂ ਦਾ ਧੰਨਵਾਦ। ਸਵਾਲ ਇੱਕੋ ਹੀ ਹੈ ਕਿ ਜਦੋਂ ਸਾਡੀ ਪੋਲੀਟੀਕਲ ਲੀਡਰਸ਼ਿਪ ਜਿਹੜਾ ਡਿਬੇਟ 'ਚ ਉੱਭਰ ਕੇ ਸਵਾਲ ਆਇਆ, ਇਹੋ ਜਿਹੀ ਘਟਨਾ ਤੇ ਉਤਰੇਗੀ ਕਿ ਨਿੱਜੀ ਜ਼ਿੰਦਗੀ ਵੱਲ ਝਾਤ ਮਾਰੇਗੀ, ਬਜਾਏ ਇਸ ਦੇ ਕਿ ਲੋਕਾਂ ਦੇ ਮੁੱਦਿਆਂ ਦੀ ਲੜਾਈ ਲੜੀ ਜਾਵੇ ਜਾਂ ਉਹਨਾਂ ਨੂੰ ਹੱਲ ਕੀਤਾ ਜਾਏ, ਤਾਂ ਸੁਭਾਵਿਕ ਹੈ ਕਿ ਇਹੋ ਜਿਹੀਆਂ ਦੂਸ਼ਣਬਾਜ਼ੀਆਂ ਦੇ ਨਾਲ ਲੋਕਾਂ ਦਾ ਧਿਆਨ ਦੂਜੇ ਪਾਸੇ ਕੇਂਦਰ ਤੋਂ ਕਰਨ ਨੂੰ ਜਿਹੜੇ ਸਵਾਲ ਉੱਠ ਰਹੇ ਆ, ਉਹ ਸਵਾਲ ਉੱਠਦੇ ਰਹਿਣਗੇ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਆਪਾਂ ਆਪਣੇ ਸਤਿਕਾਰਤ ਮਹਿਮਾਨਾਂ ਦੇ ਇੱਕ ਵਾਰ ਮੁੜ ਧੰਨਵਾਦੀ ਹਾਂ, ਤੇ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।